ਜੀ ਦੋਸਤੋ, ਤੁਹਾਡਾ ਸਵਾਗਤ ਹੈ ਜੀ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜੀ tashnyaran2014@gmail.com ਜਾਂ ਤੁਸੀਂ ਹੇਠ ਲਿਖੀ ਮੇਰੀ ਆਪਣੀ ਈਮੇਲ ਆ ਜੀ professionaladvice@yahoo.ca ਇਹਦੇ ਉੱਤੇ ਵੀ ਕਰ ਸਕਦੇ ਹੋ, ਜਾਂ ਮੇਰੇ ਸੈੱਲ ਫੋਨ ਦੇ ਉੱਤੇ ਵੀ ਤੁਸੀਂ ਫੋਨ ਕਰਕੇ ਜਿਹੜੀ ਫੀਡਬੈਕ ਆਪਣੀ ਦੇ ਸਕਦੇ ਹੋ। ਸਾਡੇ ਨਾਲ ਨੇ ਜੀ ਸੁਖਵਿੰਦਰ ਸਿੰਘ ਹੰਸਰਾ, ਜਿਨ੍ਹਾਂ ਤੋਂ ਅਸੀਂ ਅੱਜ ਪੁੱਛ ਰਹੇ ਹਾਂ ਕਿਉਂਕਿ 1976 ਤੋਂ ਇੱਥੇ ਰਹਿ ਰਹੇ ਨੇ। ਸੋ ਬਹੁਤ ਅਰਸਾ ਹੋ ਚੁੱਕਿਆ ਇਹਨਾਂ ਨੂੰ ਰਹਿੰਦਿਆਂ ਨੂੰ। ਅਸੀਂ ਜਾਣਨਾ ਚਾਹੁੰਦੇ ਸੀ ਕਿ ਬਰੈਂਪਟਨ ਉਦੋਂ ਕਿਸ ਤਰ੍ਹਾਂ ਦਾ ਹੁੰਦਾ ਸੀ ਜਾਂ ਕਿਸ ਤਰ੍ਹਾਂ ਦੀ ਜਿਹੜੀਆਂ ਚੇਂਜਸ ਆਈਆਂ। ਸੋ ਅੱਜ ਦੀ ਆਪਾਂ ਗੱਲ ਕਰੀਏ, ਹੁਣ ਪੋਲੀਟੀਕਲੀ ਬਹੁਤ ਸਾਊਂਡ ਆਪਾਂ ਬਹੁਤ ਆਪਣੇ ਜਿਹੜੇ ਲੋਕ ਨੇ ਵੈਨਕੂਵਰ, ਐਡਮਿੰਟਨ, ਆਲ ਓਵਰ ਕੈਨੇਡਾ ਦੇ ਵਿੱਚ ਬਹੁਤ ਆਪਣੀ ਰਿਪਰੈਜ਼ੈਂਟੇਸ਼ਨ ਆ। ਪਰ ਜੇ ਆਪਾਂ ਦੇਖੀਏ ਲੋ ਲੈਵਲ ਦੇ ਉੱਤੇ, ਜਿੱਥੇ ਕਹਿ ਲਈਏ ਵੀ ਕੋਈ ਮੰਨ ਲਓ ਵੀ ਕੋਈ ਗੱਲ ਹੋ ਜਾਂਦੀ, ਜਿਵੇਂ ਹੁਣ ਹੁਣੇ ਹੀ ਇੱਕ ਮੁੰਡਾ ਸਟੂਡੈਂਟ ਸੀਗਾ, ਉਹ ਮਰ ਗਿਆ। ਕੋਈ ਇੱਥੇ ਐਡੀ ਤਗੜੀ ਕੋਈ ਨਾਨ ਪ੍ਰੋਫਿਟ ਜਿਹੜੀ ਆਰਗੇਨਾਈਜੇਸ਼ਨਾਂ ਨਹੀਂ ਹਲੇ ਪੈਦਾ ਹੋਈਆਂ, ਜਾਂ ਕਹਿ ਲਈਏ ਕੋਈ ਲੀਡਰ ਨੇ ਜਿਹੜੇ ਸਾਡੇ ਚਲੋ ਠੀਕ ਆ ਜਿੱਤਦੇ ਨੇ ਵਧੀਆ, ਪਰ ਉਹ ਹਾਲੇ ਜਾਣੀ ਕਿ ਇੰਨੇ ਉਸ ਲੈਵਲ ਤੱਕ ਲੋਕਾਂ ਦੀ ਪਹੁੰਚ ਨਹੀਂ ਬਣ ਸਕੀ ਕਿ ਕੋਈ ਬੰਦਾ ਜਿਹਨੂੰ ਇੱਥੇ ਕੋਈ ਵੀ ਨਹੀਂ ਜਾਣਦਾ, ਮੰਨ ਲਓ ਕੋਈ ਵਰਕ ਪਰਮਿਟ 'ਤੇ ਆਇਆ, ਇਕੱਲਾ ਹੀ ਆਇਆ ਸੀਗਾ, ਸਟੂਡੈਂਟ ਸੀਗਾ, ਇਕੱਲਾ ਹੀ ਆਇਆ, ਉਹਦੇ ਨਾਲ ਹਬੀ ਨਬੀ ਹੋ ਗਈ। ਸਿਰਫ ਉਹਦੇ ਚਾਰ ਜਿਹੜੇ ਦੋਸਤ ਨੇ ਜਾਂ ਉਹਦਾ ਜਿੱਥੇ ਉਹ ਕੰਮ ਕਰਦਾ ਉਹਨੂੰ ਛੱਡ ਕੇ ਕੋਈ ਹੋਰ ਆਰਗੇਨਾਈਜੇਸ਼ਨ ਉਹਦੀ ਬਾਂਹ ਨਹੀਂ ਫੜਦੀ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਅੱਗੇ ਕਿਵੇਂ ਸੀਗਾ ਤੇ ਹੁਣ ਕਿਵੇਂ ਆ? ਸ਼ੁਰੂ ਦੇ ਵਿੱਚ ਤਾਂ ਜੀ ਇੱਕ ਤਾਂ ਨੋਸ਼ਨ ਰਿਹਾ ਇਹ ਇੱਥੇ ਕਿ ਅਸੀਂ ਕੈਨੇਡਾ ਆਏ ਆ, ਥੋੜੇ ਬਹੁਤ ਪੈਸੇ ਕਮਾਉਣੇ ਆ, ਪਿੱਛੇ ਵਾਪਸ ਚਲੇ ਜਾਣਾ। ਇਹ ਇੱਕ ਨੋਸ਼ਨ ਸੀ ਜਿਹੜਾ ਇਹ ਤਕਰੀਬਨ 80 ਤੱਕ ਰਿਹਾ। ਉਸ ਤੋਂ ਬਾਅਦ ਲੋਕਾਂ ਨੇ ਮਤਲਬ ਕਿ ਲੋਕੀ ਸਮਝ ਗਏ ਕਿ ਹੁਣ ਰਹਿਣਾ ਤਾਂ ਇੱਥੇ ਹੀ ਆ। ਫਿਰ ਉਹਨਾਂ ਨੂੰ ਇਹ ਹੋਇਆ ਵੀ ਹੁਣ ਜਿਹੜੇ ਪਿੱਛੇ ਲੋਕ ਰਹਿੰਦੇ ਅਸੀਂ ਉਹਨਾਂ ਦੀ ਦੇਖਭਾਲ ਕਰਨੀ ਆ, ਅਸੀਂ ਉੱਧਰ ਬਿਜ਼ੀ ਰਹੇ। ਉਸ ਤੋਂ ਬਾਅਦ ਪੰਜਾਬ 'ਚ ਜ਼ਮੀਨਾਂ ਦਾ ਰੇਟ ਵੱਧ ਗਿਆ ਤਾਂ ਫਿਰ ਸਾਨੂੰ ਜ਼ਮੀਨਾਂ ਦਾ ਝਗੜੇ ਪੈਦਾ ਹੋ ਗਏ ਪਰਿਵਾਰਾਂ ਦੇ ਵਿੱਚ ਵੀ ਕਿ ਸਾਡੀ ਜ਼ਮੀਨ ਦਾ ਕੀ ਬਣਨਾ। ਮੈਂ ਸਮਝਦਾ ਕਿ ਹੁਣ ਸਮਾਂ ਆ ਗਿਆ ਕਿ ਸਾਡੀ ਕਮਿਊਨਿਟੀ ਹੁਣ ਮੁਕੰਮਲ ਤੌਰ 'ਤੇ ਇੱਥੇ ਐਸਟੈਬਲਿਸ਼ ਹੋ ਚੁੱਕੀ ਆ। ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਸਾਡੀਆਂ ਆਰਗੇਨਾਈਜੇਸ਼ਨਸ ਹੋਣੀਆਂ ਚਾਹੀਦੀਆਂ, ਇਹ ਉਹਨਾਂ ਕੌਮਾਂ ਦੀਆਂ ਹੋ ਸਕਦੀਆਂ ਜਿਹੜੀਆਂ ਮੁਕੰਮਲ ਤੌਰ 'ਤੇ ਇੱਕ ਵਾਰੀ ਪਹਿਲਾਂ ਸਟੈਬਲਿਸ਼ ਹੋ ਜਾਣ। ਹੁਣ ਅਸੀਂ ਐਸਟੈਬਲਿਸ਼ਡ ਆ, ਇੱਥੇ ਮੀਡੀਆ ਦੇ ਪੱਖੋਂ ਵੀ ਐਸਟੈਬਲਿਸ਼ਡ ਆ, ਅਸੀਂ ਰਾਜਨੀਤਿਕ ਪੱਖੋਂ ਵੀ ਐਸਟੈਬਲਿਸ਼ਡ ਆ, ਇੰਡਸਟਰੀ ਪੱਖੋਂ ਵੀ ਅਸੀਂ ਐਸਟੈਬਲਿਸ਼ਡ ਆ, ਚਾਹੇ ਉਹ ਟੈਕਸੀ ਇੰਡਸਟਰੀ ਹੋਏ, ਚਾਹੇ ਉਹ ਟਰੱਕਿੰਗ ਇੰਡਸਟਰੀ ਹੋਏ, ਚਾਹੇ ਉਹ ਰੀਅਲ ਸਟੇਟ ਦੀ ਹੋਏ। ਹੁਣ ਤੁਸੀਂ ਦੇਖ ਲਓ ਇਸ ਵਿਸਿਨਿਟੀ ਦੇ ਵਿੱਚ ਜਿਹੜੀ ਬਰੈਂਪਟਨ ਜਾਂ ਮੌਲਟਨ ਮਿਸਿਸਾਗਾ ਦੀ ਵਿਸਿਨਿਟੀ ਆ, ਇੱਥੇ ਜੇ ਕੋਈ ਚੀਜ਼ ਵਿਕਦੀ ਆ ਉਹ ਵੀ ਸਾਡੇ ਵੇਚਦੇ, ਜੇ ਕੋਈ ਚੀਜ਼ ਕੋਈ ਖਰੀਦਦਾ ਉਹ ਵੀ ਸਾਡੇ ਹੀ ਖਰੀਦਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਸਾਊਂਡ ਹੋ ਗਈਆਂ ਨੇ ਤੇ ਹੁਣ ਸਾਡੇ ਲੋਕ ਆਬਵੀਅਸਲੀ ਜਿਹੜਾ ਇੱਕ ਪੂਰ ਹੋਏਗਾ ਜਿਹੜਾ ਕਿ ਮੁਕੰਮਲ ਤੌਰ ਤੇ ਆਪਣੇ ਆਪ ਨੂੰ ਸੈਟੀਸਫਾਈਡ ਹੋਏਗਾ ਵੀ ਅਸੀਂ ਸਟੈਬਲਿਸ਼ਡ ਆ, ਉਹ ਫਿਰ ਕਮਿਊਨਿਟੀ ਸਰਵਿਸਿਜ਼ ਦੇ ਵੱਲ ਉਲਰੇਗਾ ਇੱਕ ਦਿਨ। ਭਾਵੇਂ ਕਿ ਹੁਣ ਟਾਵੇਂ ਬਹੁਤ ਮੁੰਡੇ ਇਸ ਕੰਮ ਵੱਲ ਕੰਮ ਕਰ ਰਹੇ, ਪਰ ਯੂਨੀਫਾਈਡ ਹੋ ਕੇ ਕੋਈ ਆਰਗੇਨਾਈਜੇਸ਼ਨ ਹਜੇ ਤੱਕ ਇਸ ਕਰਕੇ ਸਟੈਬਲਿਸ਼ ਨਹੀਂ ਹੋਈ ਕਿਉਂਕਿ ਸਾਰਿਆਂ ਦੇ ਹਲੇ ਆਪਣੀਆਂ ਸਟਰੈਂਥ ਸੀਗੀਆਂ ਜਿਹੜੀਆਂ ਉਹਨਾਂ ਨੇ ਹਲੇ ਜ਼ਿੰਦਗੀ 'ਚ ਪੁੱਲ ਕਰਨੀਆਂ। ਹਲੇ ਪੂਰੀ ਪ੍ਰੋਪਰ ਹੋਈ ਨਹੀਂ ਸੀ। ਹੁਣ ਉਹ ਤਕਰੀਬਨ ਹੋ ਚੁੱਕੀ ਆ। ਹੁਣ ਅਸੀਂ ਮਹਿਸੂਸ ਵੀ ਕਰਨ ਲੱਗੇ ਆ, ਭਾਵੇਂ ਕਿ ਅਗਰ ਕਿਸੇ ਦੇ ਕੋਈ ਹਵੀ ਨਵੀ ਜਿਸ ਤਰ੍ਹਾਂ ਹੋ ਜਾਂਦੀ ਕਰਦੇ ਆ, ਆਪਾਂ ਸਾਰਿਆਂ ਨੂੰ ਸੰਭਾਲਦੇ ਹੈਗੇ ਆ ਇੱਥੇ, ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਇੱਕ ਫੋਨ ਕਾਲ ਦੇ ਨਾਲ ਕੋਈ ਚੀਜ਼ ਸੁਲਝ ਜਾਣੀ, ਉਹ ਹਲੇ ਸਾਡੇ 'ਚ ਕੰਮ ਨਹੀਂ ਹੋ ਸਕਿਆ। ਤੇ ਜਿਹੜਾ ਕਿ ਮੈਨੂੰ ਲੱਗਦਾ ਕਿ ਹੁਣ ਜ਼ਰੂਰ ਹੋ ਜਾਊਗਾ। ਸਾਨੂੰ ਆਦਤ ਵੀ ਪਾਉਣੀ ਚਾਹੀਦੀ ਹੈ। ਅਸੀਂ ਬਹੁਤ ਚੈਰੀਟੇਬਲ ਮਾਈਂਡ ਵਾਲੇ ਬੰਦੇ ਆ, ਅਸੀਂ ਪੁੰਨ ਦਾ ਜਿਹੜਾ ਕੰਮ ਹੋਵੇ ਅਸੀਂ ਆਪਣੇ ਕੰਮ ਛੱਡ ਕੇ ਉਧਰ ਨੂੰ ਕਰਦੇ ਆ। ਸੋ ਸਾਨੂੰ ਇਹ ਚੈਰਿਟੀ ਨੂੰ ਵੀ ਥੋੜ੍ਹਾ ਜਿਹਾ ਡਾਇਵਰਸੀਫਾਈ ਕਰਨਾ ਚਾਹੀਦਾ। ਚੈਰਿਟੀ ਹਰ ਤਰ੍ਹਾਂ ਦੀ ਹੋਈ ਆ, ਬਜ਼ੁਰਗਾਂ ਨੂੰ ਸਾਂਭਣਾ, ਹਸਪੀਟਲ ਜਾ ਕੇ ਵੋਲੰਟੀਅਰ ਕਰਨਾ, ਸਫਾਈ ਕਰਨੀ, ਇਹ ਕਰਨਾ ਉਹ ਕਰਨਾ, ਇਹਨਾਂ ਸਾਰੇ ਕਾਰਜਾਂ ਦੇ ਵਿੱਚ ਜਦੋਂ ਅਸੀਂ ਆਪਣੇ ਆਪ ਨੂੰ ਵਿਭਿੰਨ ਕਰ ਲਵਾਂਗੇ, ਜਿਹੜਾ ਕਿ ਹੁਣ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਜਿਹੜੀ ਇੱਧਰ ਨੂੰ ਜ਼ਰੂਰ ਉਲਰੇਗੀ। ਖਾਸ ਕਰਕੇ ਕਿਉਂਕਿ ਮਿਊਨਿਸਪਲ ਪੋਲੀਟਿਕਸ ਦੇ ਵਿੱਚ ਤੁਸੀਂ ਐਤਕੀ ਵੇਖ ਰਹੇ ਹੋ ਕਿੰਨਾ ਜ਼ਿਆਦਾ ਰੁਝਾਨ ਆ, ਕਿੰਨੇ ਭਾਵੇਂ ਕਿ ਕੁਛ ਲੋਕ ਇਹਨੂੰ ਕਈ ਵਾਰ ਨੈਗੇਟਿਵ ਵੀ ਲੈ ਲੈਂਦੇ ਆ। ਮੈਂ ਸੁਰਸਾਗਰ 'ਤੇ ਵੀ ਕੁਛ ਗੱਲਾਂ ਸੁਣੀਆਂ ਜੀ, ਆਪਣੇ ਬਾਹਲੇ ਖੜ ਗਏ ਜਾਂ ਇਹ ਕਰ ਉਹ ਖੜ ਗਿਆ। ਮੈਂ ਸਮਝਦਾ ਕਿ ਇਹ ਇੱਕ ਐਡਾ ਵੱਡਾ ਰੁਝਾਨ ਆ ਕਿ ਲੋਕ ਹੁਣ ਸਮਝਣ ਲੱਗ ਗਏ ਆ ਕਿ ਇੱਕ ਮੈਂਬਰ ਪਾਰਲੀਮੈਂਟ ਬਣਾਉਣ ਦੇ ਨਾਲੋਂ ਇੱਕ ਸਿਟੀ ਕਾਉਂਸਲਰ ਬਣਾਉਣਾ ਉਹਨਾਂ ਦੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਕੀ ਫਾਇਦੇ ਕਰ ਸਕਦਾ। ਇਹ ਜਿਹੜੀ ਜ਼ਰੂਰਤ ਆ ਇਹ ਲੋਕਾਂ ਨੇ ਸਮਝ ਲਈ ਆ। ਇਸ ਕਰਕੇ ਹੁਣ ਅਸੀਂ ਵੇਖ ਰਹੇ ਹਾਂ ਕਿ ਸਾਡੇ ਜਿਹੜੇ ਹੁਣ ਘਰ ਦੇ ਕੰਮ ਆ, ਸਟਰੀਟ ਲੈਵਲ ਦੇ ਕੰਮ ਆ, ਉਹ ਹੁਣ ਸਵਰਨੇ ਸ਼ੁਰੂ ਹੋਣਗੇ। ਕਿਉਂਕਿ ਅੱਗੇ ਹੁੰਦਾ ਸੀਗਾ ਕਿ ਸਾਡਾ ਚਲੋ ਇੱਕ MP ਬਣ ਜਾਵੇ ਵੀ ਉਹਦੇ ਨਾਲ ਅਸੀਂ ਕੋਈ ਗੱਲਬਾਤ ਕਰੀਏ, ਪਰ ਹੁਣ ਲੋਕਾਂ ਨੇ ਮਹਿਸੂਸ ਇਹ ਕੀਤਾ ਕਿ ਜਿਹੜੇ MP ਨੇ ਜਾਂ ਜਿਹੜੇ ਵੱਡੇ ਲੈਵਲ ਦੇ ਨੇ, ਉਹ ਜਦੋਂ ਸਟਰੀਟ ਲੈਵਲ ਦੇ ਮੁੱਦੇ ਨੇ ਉੱਥੇ ਪੱਲਾ ਝਾੜ ਜਾਂਦੇ ਨੇ। ਉਹ ਕਹਿੰਦੇ ਨੇ ਇਹ ਫੈਡਰਲ ਦੀ ਗੱਲ ਆ ਵੀ ਇੱਥੇ ਅਸੀਂ ਕੁਝ ਨਹੀਂ ਕਰ ਸਕਦੇ। ਉਹ ਕੌਣ ਕਰਦਾ ਜੇ ਤੁਹਾਨੂੰ ਪਾਰਕਿੰਗ ਗਲਤ ਕੋਈ ਦੇ ਗਿਆ ਜਾਂ ਤੁਹਾਡੇ ਡਰਾਈਵੇ ਉੱਤੇ ਕੋਈ ਕੁਛ ਕਰ ਗਿਆ ਜਾਂ ਹੋਰ ਜਿਹੜੀਆਂ ਤੁਹਾਡੀਆਂ ਬੇਸਮੈਂਟ ਜਾਂ ਹੋਰ ਮੁੱਦੇ ਨੇ, ਉਹ ਕੌਣ ਕਰਦਾ? ਉਹ ਕਰਦਾ ਸਿਟੀ ਕਾਉਂਸਲਰ ਜਾਂ ਰੀਜਨਲ ਕਾਉਂਸਲਰ।
ਉਹਦੇ ਵਿੱਚ ਹੁਣ ਹਲੇ ਸਾਡੇ ਕੋਈ ਏਡੀ ਖਾਸ ਰਿਪਰੈਜ਼ੈਂਟੇਸ਼ਨ ਹੈ ਨਹੀਂਗੀ। ਇੱਕ ਗੱਲ ਹੋਰ ਆ ਜੀ, ਲੋਕ ਕਹਿੰਦੇ ਨੇ ਸਾਡੇ ਪੰਜਾਬੀ ਖੜ ਗਏ, ਗੋਰੇ ਵੀ ਬਹੁਤ ਖੜਦੇ ਨੇ, ਕਾਲੇ ਵੀ ਬਹੁਤ ਖੜਦੇ ਨੇ। ਜਿੱਤਣਾ ਉਹਨੇ ਆ ਜਿਹਦੇ ਵਿੱਚ ਗਟਸ ਨੇ, ਜਿਹਦੇ ਵਿੱਚ ਕੋਈ ਦਾਵਾ, ਜਿਹਦੇ ਵਿੱਚ ਕੋਈ ਗੱਲ ਆ। ਸੋ ਖੜਨ ਦੇ ਨਾਲ ਇਹ ਨਹੀਂ ਹੋ ਜਾਂਦਾ ਕਿ ਸਾਰੇ MP ਬਣ ਜਾਂਦੇ ਨੇ। ਕਿੰਨੇ ਕੁ ਬਣੇ ਨੇ, ਕਿੰਨੀ ਜ਼ਿਆਦਾ ਲੋਕ ਆਉਂਦੇ ਨੇ, ਪਰ ਕੋਈ ਨਿੱਤਰਦਾ। ਉਹ ਗੱਲ ਇਹ ਹੁੰਦੀ ਆ ਕਿ ਕੋਈ ਇਨਸਾਨ ਕਿਹੜੀ ਆਪਣੀ ਨੀਤ ਦੇ ਨਾਲ ਅੱਗੇ ਆਇਆ, ਕੀ ਮਨਸ਼ਾ ਲੈ ਕੇ ਅੱਗੇ ਆਇਆ, ਉਹਦੇ ਹਿਸਾਬ ਨਾਲ ਲੋਕ ਉਹਨੂੰ ਦੇਖ ਲੈਂਦੇ ਨੇ, ਕਿਉਂਕਿ ਲੋਕ ਬਹੁਤ ਸਿਆਣੇ ਨੇ। ਉਹਦੇ ਹਿਸਾਬ ਨਾਲ ਲੋਕ ਵੋਟਾਂ ਪਾਉਂਦੇ ਨੇ। ਸੋ ਆਪਾਂ ਚਲੋ ਇਹ ਗੱਲ ਚੱਲ ਪਈ ਇਲੈਕਸ਼ਨਾਂ ਦੀ, ਕਿਉਂਕਿ ਮੈਂ ਤਾਂ ਜਿੱਦਾਂ ਕੈਨੇਡਾ ਆਇਆ, ਮੈਂ ਤੁਹਾਨੂੰ ਦੇਖਦਾ, ਤੁਹਾਡੀ ਰੇਡੀਓ ਵੀ ਚੱਲਦਾ, ਤੁਹਾਡਾ ਮੇਰੇ ਖਿਆਲ 'ਚ ਅਖਬਾਰ ਵੀ। ਸੋ ਤੁਸੀਂ ਵੀ ਹੁਣ ਇਲੈਕਸ਼ਨਾਂ ਦੇ ਵਿੱਚ ਆਏ ਹੋ, ਤੁਹਾਡੇ ਮਨ ਵਿੱਚ ਮਤਲਬ ਕੀ ਬਲਬਲਾ ਆਇਆ ਜਾਂ ਕੀ ਖਿਆਲ ਆਇਆ ਕਿ ਤੁਸੀਂ ਸੋਚਿਆ ਵੀ ਮੈਨੂੰ ਇਲੈਕਸ਼ਨਾਂ ਲੜਨੀਆਂ ਚਾਹੀਦੀਆਂ ਨੇ? ਮੈਨੂੰ ਇਹ ਲੱਗਿਆ ਕਿ ਦੇਖੋ, ਹੁਣ ਸ਼ਹਿਰ ਬਰੈਂਪਟਨ ਆ, ਜਿੱਥੇ ਮੈਂ 25 ਸਾਲ ਤੋਂ ਰਹਿ ਰਿਹਾ। ਪਹਿਲਾਂ ਮੈਂ ਜਿਸ ਤਰ੍ਹਾਂ ਦੱਸਿਆ ਵੀ ਰੈਕਸਡੇਲ ਸੀ। ਮੇਰੇ ਬੱਚਿਆਂ ਦਾ, ਮੇਰੇ ਗ੍ਰੈਂਡ ਕਿਡਸ ਦਾ ਉਹ ਫਿਊਚਰ ਆ ਜੀ। ਮੇਰੇ ਮਾਂ ਪਿਓ ਦਾ ਫਿਊਚਰ ਆ। ਮੇਰੇ ਫਾਦਰ ਸਾਹਿਬ ਬਰੈਂਪਟਨ 'ਚ ਪੂਰੇ ਹੋਏ ਨੇ। ਮੇਰੀ ਮਦਰ ਬਰੈਂਪਟਨ ਦੇ ਵਿੱਚ ਇਸ ਵਕਤ ਬਿਮਾਰ ਆ, ਤੇ ਉਹ ਵੀ ਬਰੈਂਪਟਨ 'ਚ ਹੀ ਆ। ਸੋ ਅਸੀਂ ਵੀ ਬਰੈਂਪਟਨ 'ਚ ਹੀ ਬਜ਼ੁਰਗ ਹੋਣਾ। ਸੋ ਸਾਡਾ ਬਜ਼ੁਰਗਾਂ ਦਾ, ਸਾਡਾ ਬੱਚਿਆਂ ਦਾ ਭਵਿੱਖ ਆ ਜਿਹੜਾ, ਉਹ ਬਰੈਂਪਟਨ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਬਰੈਂਪਟਨ ਦੇ ਵਿੱਚ ਸੁਧਾਰ ਆਉਣਾ, ਮੈਨੂੰ ਲੱਗਦਾ ਕਿ ਜੇ ਅਸੀਂ ਆਪਣੇ ਆਪ ਨੂੰ ਨਹੀਂ ਸੁਧਾਰ ਸਕਦੇ, ਫਿਰ ਅਸੀਂ ਹੋਰ ਕਿਸੇ ਦੀ ਜਾ ਕੇ ਫੈਡਰਲ ਲੈਵਲ ਜਾਂ ਪ੍ਰੋਵਿੰਸ਼ੀਅਲ ਲੈਵਲ ਤੇ ਬਾਕੀ ਸੂਬੇ ਦਾ ਕੀ ਕਰਾਂਗੇ। ਜਦੋਂ ਮੈਂ ਦੇਖਿਆ ਵੀ ਬਰੈਂਪਟਨ ਦੀ, ਹਾਲਾਂਕਿ ਬਰੈਂਪਟਨ ਪੋਲੀਟਿਕਸ ਦੇ ਨਾਲ, ਮਿਊਨਿਸਪਲ ਪੋਲੀਟਿਕਸ ਦੇ ਨਾਲ ਮੈਂ ਕਈਆਂ ਸਾਲਾਂ ਦਾ ਜੁੜਿਆ ਹਾਂ। 2010 ਦੀਆਂ ਇਲੈਕਸ਼ਨਾਂ ਵੀ ਮੈਂ ਕਵਰ ਕੀਤੀਆਂ, 2006 ਦੀਆਂ ਵੀ ਕੀਤੀਆਂ, 2002 ਦੀਆਂ ਵੀ ਕੀਤੀਆਂ। ਕਵਰ ਹੀ ਨਹੀਂ ਕੀਤੀਆਂ, ਬਲਕਿ ਮੂਰਲੀ ਕਿੱਲੀ ਦੇ ਵਿੱਚ ਹੋ ਕੇ, ਜਿੱਦਾਂ ਕਹਿੰਦੇ ਹੁੰਦੇ ਆ ਵੀ, ਕੰਮ ਵੀ ਕੀਤਾ, ਵਾਲੰਟੀਅਰਸ ਵੀ ਕੀਤਾ, ਬਹੁਤ ਕੰਮ ਕੀਤਾ, ਮੁੱਦੇ ਵੀ ਸਮਝੇ। ਪਰ ਮੈਂ ਹੁਣ ਵੇਖਿਆ ਕਿ ਕੰਮ ਬਹੁਤ ਖਰਾਬ ਆ ਸਿਟੀ ਦੇ ਵਿੱਚ। ਸਾਡੀ ਕਮਿਊਨਿਟੀ ਨੂੰ, ਸਾਡੇ ਵੋਟਰਾਂ ਨੂੰ, ਸਾਡੇ ਲੋਕਾਂ ਨੂੰ ਵਾਲੰਟੀਅਰ ਕਰਨ ਦੇ ਲਈ ਤਾਂ ਕਈ ਵਾਰ ਉਕਸਾ ਲਿਆ ਜਾਂਦਾ, ਪਰ ਉਸ ਤੋਂ ਬਾਅਦ ਜਦੋਂ ਡਿਲੀਵਰੀ ਕਰਨ ਦੀ ਲੋੜ ਆ, ਉਦੋਂ ਫਿਰ ਉਹਨਾਂ ਦਾ ਖਿਆਲ ਭੁੱਲ ਜਾਂਦਾ ਲੋਕਾਂ ਨੂੰ। ਹੁਣ ਮੈਂ ਪੋਲੀਟੀਸ਼ੀਅਨ ਨਹੀਂ ਹੈਗਾ, ਪਰ ਮੈਂ ਪੋਲੀਟਿਕਸ, ਜਿੱਦਾਂ ਕਹਿੰਦੇ ਵੀ ਜੇ ਵਿਆਹ ਨਹੀਂ ਹੋਇਆ ਤਾਂ ਜੰਨ ਤਾਂ ਚੜ੍ਹੀ ਆ, ਪਰ ਪੋਲੀਟਿਕਸ ਮੈਂ ਸਾਰੀ ਉਮਰ ਹੀ ਪੋਲੀਟੀਸ਼ੀਅਨਸ ਦੇ ਨਾਲ ਰਿਹਾ। ਮੈਂ ਕਵਰ ਕੀਤਾ। ਜੇ ਮੈਂ ਦਰਬਾਰ ਸਾਹਿਬ ਤੇ ਅਟੈਕ ਕਰਕੇ ਮੀਡੀਆ 'ਚ ਆਇਆ ਸੀ, ਪਰ ਜੇ ਫੈਡਰਲ ਪੋਲੀਟਿਕਸ ਆ ਮੈਂ ਕੈਨੇਡਾ ਦੀ, ਉਹ ਸਭ ਤੋਂ ਵੱਧ ਕਵਰ ਕੀਤੀ ਆ। ਜੇ ਪ੍ਰੋਵਿੰਸ਼ੀਅਲ ਪੋਲੀਟਿਕਸ ਆ, ਉਹ ਸਭ ਤੋਂ ਵੱਧ ਕਵਰ ਕੀਤੀ ਆ। ਮਿਊਨਿਸਪਲ ਪੋਲੀਟਿਕਸ ਆ, ਉਹ ਐਨ ਸਿਰੇ ਤੱਕ ਜਾ ਕੇ ਕਵਰ ਕੀਤੀ ਆ। ਓਪੀਨੀਅਨ ਦਿੱਤੀ ਆ ਨਾਲ ਆਪਣੀ, ਸਿਰਫ ਖਬਰਾਂ ਨਹੀਂ ਚੇਪੀਆਂ ਛਾਪੀਆਂ। ਸੋ ਮੈਨੂੰ ਸਮਝ ਸਾਰੀ ਆ ਗਈ ਸੀਗੀ ਕਿ ਸਮਥਿੰਗ ਇਜ਼ ਰੋਂਗ, ਤੇ ਰੋਂਗ ਨੂੰ ਰਾਈਟ ਕਰਨ ਦੀ ਖਾਤਰ ਜਦੋਂ ਸਿਸਟਮ ਬਹੁਤ ਖਰਾਬ ਹੋ ਜਾਂਦਾ, ਤਾਂ ਉਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਜ਼ਖਮ ਨੂੰ ਆਰਾਮ ਦੇਣ ਦੀ ਖਾਤਰ ਦਵਾ ਦੀ ਤਾਂ ਲੋੜ ਹੁੰਦੀ ਆ, ਪਰ ਦਵਾ ਤੋਂ ਪਹਿਲਾਂ ਇੱਕ ਔਜ਼ਾਰ ਦੀ ਲੋੜ ਆ ਜਿਹੜੇ ਉਹਦਾ ਚੀਰ-ਫਾੜ ਕਰਕੇ ਉਹਦੇ ਚੋਂ ਗੰਦ ਸਾਫ਼ ਕਰ ਸਕੇ। ਮੇਰੇ ਕੋਲੇ ਮੈਨੂੰ ਇਹ ਲੱਗਦਾ ਕਿ ਵੀ ਮੇਰੇ ਕੋਲੇ ਵਿਜ਼ਨ ਆ, ਮੇਰੀ ਇਹ ਇੱਕ ਆਦਤ ਆ ਕਿ ਮੈਨੂੰ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਤੋਂ ਝਿਜਕ ਨਹੀਂ ਹੈਗੀ। ਸੋ ਕੋਈ ਚਾਹੇ ਮੇਅਰ ਹੋਏ, ਚਾਹੇ ਕੋਈ ਹੋਰ ਸਿਟੀ ਕਾਉਂਸਲ ਜਾਂ ਰੀਜਨਲ ਕਾਉਂਸਲਰ ਹੋਏ, ਜਿਹੜੀ ਗੱਲ ਲੋਕਾਂ ਦੇ ਜਾਂ ਬਰੈਂਪਟਨ ਦੇ ਹੱਕ ਵਿੱਚ ਨਹੀਂ ਹੋਊਗੀ, ਉਹ ਗੱਲ ਉੱਥੇ ਹੋਊਗੀ ਨਹੀਂ when I'm present। ਸੋ ਤੁਸੀਂ ਹੁਣ ਕਿਹੜੇ ਵਾਰਡ ਦੇ ਵਿੱਚ ਖੜੇ ਹੋ ਜੀ ਆਪਣੇ ਬਰੈਂਪਟਨ ਦੇ? ਮੈਂ ਵਾਰਡਸ 2 and 6 ਦੇ ਵਿੱਚੋਂ ਖੜਾ। ਮੈਂ ਰਹਿਣਾ 3-4 ਦੇ ਵਿੱਚ ਆ। ਜਦੋਂ ਇਹ ਅਸੀਂ ਸੋਚਿਆ, ਮਨ ਬਣਾਇਆ ਕਿ ਵੀ ਸਾਨੂੰ ਸਿਟੀ ਕਾਉਂਸਲ ਦੇ ਵਿੱਚ ਜਾਣਾ ਚਾਹੀਦਾ, ਤਾਂ ਫਿਰ ਆਬਵੀਅਸਲੀ ਜਾਣ ਦੀ ਖਾਤਰ ਕੈਮਿਸਟਰੀ ਦਾ ਵਰਕ ਕਰਨੀ ਸੀ ਕਿ ਵੀ ਕਿੱਦਾਂ ਜਾਇਆ ਜਾ ਸਕਦਾ। ਸੋ 2-6 ਮੈਨੂੰ ਸਭ ਤੋਂ ਜ਼ਿਆਦਾ ਪ੍ਰੋਮਿਸਿੰਗ ਲੱਗਿਆ। 2-6 ਦੀ ਜਿਹੜੀ ਨੰਬਰਸ ਆ ਉਹ ਵੀ ਮੈਚ ਕੀਤੇ, ਤੇ 2-6 ਦੇ ਵਿੱਚ ਇਨਕੰਬੈਂਟ ਹੈ ਨਹੀਂਗਾ ਕੋਈ ਪੁਰਾਣਾ ਇੱਥੇ ਕਾਉਂਸਲਰ, 29 ਸਾਲ ਤੋਂ ਉੱਥੇ ਕਾਉਂਸਲਰ ਸੀਗਾ, ਹੁਣ ਉਹ ਹੈ ਨਹੀਂਗਾ। ਸੋ ਇਸ ਕਰਕੇ ਉੱਥੇ ਜਿਹੜੀ ਚੋਣ ਲੜ ਕੇ ਜਿੱਤਣਾ ਮੈਨੂੰ ਲੱਗਿਆ ਵੀ ਉਹ ਸੰਭਵ ਆ। ਪਰ ਜਦੋਂ ਤੁਸੀਂ ਜਿੱਤ ਜਾਂਦੇ ਹੋ, ਤੁਸੀਂ ਯੂ ਨਾਟ ਅ ਕਾਉਂਸਲਰ ਫॉर ਜਸਟ ਦੋਸ 2 ਵਾਰਡਸ। ਤੁਹਾਡੀਆਂ ਸਾਰੀਆਂ ਡਿਸੀਜਨਾਂ ਜਿਹੜੀਆਂ ਉਹ ਸਮੁੱਚੇ ਸ਼ਹਿਰ ਦੇ ਲਈ ਬਣਦੀਆਂ। ਸੋ ਇਟ ਡਜ਼ਨਟ ਰੀਲੀ ਮੈਟਰ ਹੂ ਯੂ ਰਿਪਰੈਜ਼ੈਂਟਿੰਗ, ਯੂ ਐਕਚੁਅਲੀ ਰਿਪਰੈਜ਼ੈਂਟਿੰਗ ਪੀਪਲ ਆਫ ਬਰੈਂਪਟਨ, ਐਂਡ ਦੈਟਸ ਵਾਟ ਇਟ ਇਜ਼। ਐਂਡ ਆਈ ਥਿੰਕ ਵੀ ਕਿਉਂਕਿ ਇਹ ਏਰੀਆ ਜਿਹੜਾ, ਇਹਦੀ ਇੱਕ ਹੋਰ ਵੀ ਚੰਗੀ ਗੱਲ ਹੈਗੀ ਹੈ, ਇਸ ਏਰੀਏ ਕੋਲੇ ਹਜ਼ਾਰਾਂ ਏਕੜ ਜ਼ਮੀਨ ਪਈ ਹੈ ਜਿਹੜੀ ਹਲੇ ਡਿਵੈਲਪ ਨਹੀਂ ਹੋਈ ਜੀ। ਰਫਲੀ ਤਕਰੀਬਨ 4,000 ਏਕੜ ਜ਼ਮੀਨ ਆ ਬਰੈਂਪਟਨ ਦੇ ਕੋਲੇ ਜਿਹੜੀ ਡਿਵੈਲਪ ਹੋਣੀ ਹਲੇ ਬਾਕੀ ਆ। ਉਹਦੇ ਵਿੱਚੋਂ ਬਾਹਲੀ ਜਿਹੜੀ ਜ਼ਮੀਨ ਆ ਉਹ ਤਕਰੀਬਨ 2-6 ਦੇ ਵਿੱਚ ਹੀ ਆ ਜੀ। ਸੋ ਇਸ ਕਰਕੇ ਮੇਰੇ ਲਈ ਇਹ ਵੀ ਅਪਰਚੂਨਿਟੀ ਹੋਏਗੀ ਕਿ ਉੱਥੇ ਜਿਹੜੀ ਹਾਊਸਿੰਗ ਆ, ਉਹਦੀ ਜਿਹੜੀ ਕੰਸਟਰਕਸ਼ਨ ਆ, ਉਹਨੂੰ ਬੰਦ ਕੀਤਾ ਜਾਏ, ਤੇ ਉੱਥੇ ਕੁਝ ਕਾਰਪੋਰੇਸ਼ਨਸ ਲਿਆਂਦੀਆਂ ਜਾਣ। ਫੋਰ ਐਗਜ਼ਾਮਪਲ, ਤੁਸੀਂ ਹਾਈਵੇ 401 ਤੋਂ
ਮਿਸਿਸਾਗਾ ਰੋਡ ਨਿਕਲਿਆ ਹੋ, ਤੁਸੀਂ ਮਿਸਿਸਾਗਾ ਦੇ ਵਿੱਚ ਹੁੰਨੇ ਹੋ, ਤੁਸੀਂ ਇੱਧਰ ਨੂੰ ਚੱਲ ਪਵੋ, ਤੁਸੀਂ ਦੇਖੋਗੇ ਮਾਈਕਰੋਸਾਫਟ ਆ ਉੱਥੇ, ਹੋਰ ਵੱਡੀਆਂ ਕੰਪਨੀਆਂ, ਬਿਲਡਿੰਗਸ ਆ। ਦ ਮਿਨਟ ਯੂ ਕ੍ਰਾਸ ਇਨਟੂ ਬਰੈਂਪਟਨ ਘਰ ਸ਼ੁਰੂ ਹੋ ਜਾਂਦੇ ਆ, ਕੋਈ ਵੀ ਕੰਪਨੀ ਨਹੀਂ ਹੈਗੀ। ਸੋ ਮੈਂ ਇਹ ਚਾਹੁੰਦਾ ਕਿ ਉੱਥੇ ਆਲੇ ਦੁਆਲੇ ਜ਼ਮੀਨ ਬਥੇਰੀ ਅਵੇਲੇਬਲ ਹੈਗੀ ਆ। ਉਹ ਜਿਹੜੀ ਪੁਰਾਣੀ ਕਿਤੇ ਮਾਸਟਰ ਪਲੈਨਿੰਗ ਹੋਈ ਆ, ਮਾਸਟਰ ਪਲੈਨਿੰਗ ਪੁਰਾਣੀ ਹੋਈ ਆ ਵੀ ਬਰੈਂਪਟਨ ਇੱਕ ਬਾਹਰਲੇ ਘਰ ਵਾਂਗ ਸੀਗਾ ਵੀ ਉੱਥੇ ਆ ਕੇ ਲੋਕਾਂ ਨੇ ਸੋਹਣਾ ਕੰਮ ਸਿਟੀ 'ਚ ਕਰਨਾ। ਹੁਣ ਬਰੈਂਪਟਨ ਇਟਸੈਲਫ ਸਿਟੀ ਬਣ ਗਈ ਆ। ਸੋ ਉਹ ਜਿਹੜੀ ਪੁਰਾਣੀ ਪਲੈਨਿੰਗ ਆ, ਜਿਹੜੀਆਂ ਪੁਰਾਣੀਆਂ ਉਹਨਾਂ ਨੇ ਬੋਰਡ ਰੂਮ 'ਚ ਬੈਠ ਕੇ ਲਕੀਰਾਂ ਮਾਰੀਆਂ ਹੋਈਆਂ, ਉਹਨਾਂ ਨੂੰ ਹੁਣ ਤਬਦੀਲ ਕਰਨ ਦੀ ਲੋੜ ਆ, ਉਹਨਾਂ ਨੂੰ ਰੀਵਿਜ਼ਿਟ ਕਰਨ ਦੀ ਲੋੜ ਆ। ਸ਼ਹਿਰ ਦੀਆਂ ਜਿਹੜੀਆਂ ਲੋੜਾਂ ਨੇ ਉਹ ਇਹ ਨੇ ਕਿ ਇੱਥੇ ਹੀ ਯੂਨੀਵਰਸਿਟੀ ਹੋਏ, ਇੱਥੇ ਹੀ ਇੰਡਸਟਰੀ ਹੋਏ, ਇੱਥੇ ਹੀ ਬੱਚੇ ਪੈਦਾ ਹੋਣ, ਇੱਥੇ ਹੀ ਪੜ੍ਹਨ, ਇੱਥੇ ਹੀ ਕੰਮ ਕਰਨ, ਇੱਥੇ ਹੀ ਉਹਨਾਂ ਦਾ ਬੁਢਾਪਾ ਗੁਜ਼ਰੇ। ਇਹ ਸਾਰੀਆਂ ਜਿਹੜੀਆਂ ਸਹੂਲਤਾਂ ਇਹ ਸ਼ਹਿਰ ਸਾਡਾ ਦੇਣ ਦੇ ਕੇਪੇਬਲ ਆ, ਪਰ ਕਾਉਂਸਲ ਕੇਪੇਬਲ ਹੋਣੀ ਚਾਹੀਦੀ ਆ, ਜਿਹੜੀ ਕਿ ਕਾਉਂਸਲ ਨਹੀਂ ਸੀਗੀ। ਤੇ ਜਦੋਂ ਮੈਂ ਉੱਥੇ ਜਾਊਂਗਾ, ਆਬਵੀਅਸਲੀ ਦਿਸ ਇਜ਼ ਮਾਈ ਮੋਟਿਵ ਵੀ ਮੈਂ ਉੱਥੇ ਕੰਮ ਕਰਾਂ। ਬਾਕੀ ਇੱਕ ਗੱਲ ਹੋਰ ਆ ਜੀ ਹੰਸਰਾਜ ਸਾਹਿਬ, ਜਿਵੇਂ ਆਪਣੇ ਪੰਜਾਬੀਆਂ ਦਾ ਇੱਕ ਉਹ ਜੀ ਇਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ। ਮੈਂ ਦੇਖਿਆ ਤੁਹਾਡੀ ਇੰਗਲਿਸ਼ ਵੀ ਬੜੀ, ਕਿਉਂਕਿ 14 ਸਾਲ ਦੀ ਉਮਰ ਤੋਂ ਤੁਸੀਂ ਇੱਥੇ ਰਹਿ ਰਹੇ ਹੋ, ਤੁਹਾਡੀ ਇੰਗਲਿਸ਼ ਵੀ ਪੂਰੀ ਗੋਰਿਆਂ ਵਾਲੀ ਆ। ਸੋ ਇਹ ਵੀ ਹੈ ਨਹੀਂਗਾ ਕਿ ਤੁਸੀਂ ਉੱਥੇ ਜਾ ਕੇ ਬਹਿ ਜਾਓਗੇ, ਤੁਹਾਨੂੰ ਮੂਹਰੋਂ ਗੋਰਾ ਹੱਸ ਕੇ ਕੁਝ ਗੱਲ ਕਰਦਾ ਤੇ ਤੁਹਾਨੂੰ ਪਤਾ ਨਹੀਂ ਲੱਗਣਾ। ਸੋ ਇਹ ਗੱਲਾਂ ਵੀ ਜਿਹੜੀਆਂ ਬੜੀਆਂ ਮੈਂ ਪਲੱਸ ਪੁਆਇੰਟ ਮੈਂ ਤੁਹਾਡੇ 'ਚ ਦੇਖ ਰਿਹਾ। ਬਿਲਕੁਲ ਜੀ, ਇੱਕ ਕੁਦਰਤੀ ਗੱਲ ਆ ਕਿ ਤੁਸੀਂ ਕਮਿਊਨੀਕੇਟ ਕਰਦੇ ਹੋਣੇ ਚਾਹੀਦੇ ਹੋ। ਤਾਂ ਦੋ ਤਰ੍ਹਾਂ ਦੀ ਲੈਂਗੁਏਜ ਬੋਲੀ ਜਾਂਦੀ ਹੈ। ਇੱਕ ਤਾਂ ਲੈਂਗੁਏਜ ਉਹ ਆ ਜਿਹੜੀ ਤੁਸੀਂ ਬੋਲਦੇ ਹੋ, ਇੱਕ ਲੈਂਗੁਏਜ ਉਹ ਆ ਜਿਹੜੀ ਤੁਸੀਂ ਸਮਝਦੇ ਹੋ। ਚਾਹੇ ਉਹ ਲੈਂਗੁਏਜ ਪੰਜਾਬੀ ਹੋ ਚਾਹੇ ਅੰਗਰੇਜ਼ੀ ਹੋ, ਦੈਟ ਮੇਕਸ ਨੋ ਡਿਫਰੈਂਸ। ਮੈਨੂੰ ਇਹ ਪਤਾ ਵੀ ਜਿਹੜੇ ਪੋਲੀਟੀਸ਼ੀਅਨਸ ਆ ਉਹ ਕਿਹੜੀ ਭਾਸ਼ਾ ਸਮਝਦੇ ਆ, ਨਾਟ ਜਿਹੜੀ ਭਾਸ਼ਾ ਬੋਲਦੇ ਆ। ਸੋ ਕਮਿਊਨੀਕੇਟ ਕਰਨਾ, ਕਿਉਂਕਿ ਮੇਰਾ ਪ੍ਰੋਫੈਸ਼ਨ ਰਿਹਾ 30 ਸਾਲ ਦੇ ਵਿੱਚ ਕਮੀਡੀਏ ਵਾਲਾ। ਹੁਣ ਤੁਸੀਂ ਇੱਥੇ ਐਂਕਰਿੰਗ ਕਰਦੇ ਹੋ, ਜੇ ਤੁਹਾਡੀ ਗੱਲ ਤੁਹਾਡੇ ਸਰੋਤੇ ਨੂੰ ਗੱਲ ਸਮਝਦੀ ਹੀ ਨਹੀਂ ਹੈਗੀ, ਫਿਰ ਉਹ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ, ਉਹੀ ਗੱਲ ਹੋ ਗਈ ਨਾ। ਫਿਰ ਕਾਹਦੀ ਤੁਹਾਡੀ ਐਂਕਰਿੰਗ ਹੋਊਗੀ? ਸੋ ਗੱਲ ਕਮਿਊਨੀਕੇਸ਼ਨ ਦੀ ਆ, ਗੱਲ ਕਹਿਣ ਦੀ, ਤੇ ਗੱਲ ਮੂਹਰੇ ਮੇਕ ਸ਼ੋਰ ਵੀ ਅਗਲੇ ਨੂੰ ਅੰਡਰਸਟੈਂਡ ਹੋਵੇ। ਤੇ ਉਸ ਤੋਂ ਬਾਅਦ ਤੁਹਾਡੇ ਵਿੱਚ ਇੰਨੀ ਕੁ ਜ਼ਰੂਰਤ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੀ ਗੱਲ ਮਨਵਾ ਸਕੋ। And I'm so confident that when I'm sitting in that council, it will be a different. ਸੋ ਦੋਸਤੋ ਲਿਆਓ ਸੁਣੀਏ ਇੱਕ ਹੋਰ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਹੰਸਰਾਜ ਜੀ ਨਾਲ ਅੱਗੇ ਗੱਲਬਾਤ ਕਰਾਂਗੇ। ਹੋ ਚਾਵਾਂ ਨਾਲ ਆਇਆ ਸੀ ਕੈਨੇਡਾ ਜਿੰਦੂਆ, ਵੈਦਨਾ ਵਿੱਚ ਹੋ ਗਿਆ ਏ ਟੇਡਾ ਜਿੰਦੂਆ। ਚਾਵਾਂ ਨਾਲ ਆਇਆ ਸੀ ਕੈਨੇਡਾ ਜਿੰਦੂਆ, ਵੈਦਨਾ ਵਿੱਚ ਹੋ ਗਿਆ ਏ ਟੇਡਾ ਜਿੰਦੂਆ। ਬਈ ਠੀਕ ਠਾਕ ਵਾਸੀ ਅੰਗਰੇਜ਼ੀ ਬੋਲਦਾ, ਸੱਚੀ ਠੀਕ ਠਾਕ ਵਾਸੀ ਅੰਗਰੇਜ਼ੀ ਬੋਲਦਾ। ਤੇ ਯਾ ਦੇ ਨਾਲ ਵੀਰੇ ਖਾਤਾ ਖੋਲਦਾ, ਯਾ ਦੇ ਨਾਲ ਵੀਰੇ ਖਾਤਾ ਖੋਲਦਾ। ਹੋ ਮੂੰਹ ਦੇ ਵੱਲ ਵੇਖਦਾ ਹੀ ਰਹਿ ਗਿਆ ਜਿੰਦੂਆ, ਸੱਚੀ ਮੂੰਹ ਦੇ ਵੱਲ ਵੇਖਦਾ ਹੀ ਰਹਿ ਗਿਆ ਜਿੰਦੂਆ। ਗੋਰਾ ਕੀ ਅੰਗਰੇਜ਼ੀ ਵਿੱਚ ਕਹਿ ਗਿਆ ਜਿੰਦੂਆ, ਲੱਭ ਲਿਆ ਕੰਮ ਜਾਣ ਲੱਗਾ ਜਿੰਦੂਆ। ਵੈਦਨਾ ਵਿੱਚ ਹੋ ਗਿਆ ਏ ਅੱਧਾ ਜਿੰਦੂਆ, ਲੱਭ ਲਿਆ ਕੰਮ ਜਾਣ ਲੱਗਾ ਜਿੰਦੂਆ। ਵੈਦਨਾ ਵਿੱਚ ਹੋ ਗਿਆ ਏ ਅੱਧਾ ਜਿੰਦੂਆ। ਵਈ 4 ਘੰਟੇ ਸੌਂਦਾ ਏ ਤੇ 20 ਘੰਟੇ ਜਾਗਦਾ, ਦੇਖੇ ਨਾ ਮਹੀਨਾ ਹੁਣ ਹਾੜ ਦਾ ਜਮਾਗਦਾ। ਮਿਲੇ ਨਾ ਬਰੇਕ ਇੱਥੇ ਟੀ ਨਾ ਹੀ ਲੰਚ ਦੀ, ਸਾਡੀ ਤਾਂ ਕੀ ਇੱਥੇ ਚੱਲਦੀ ਨਾ ਸਰਪੰਚ ਦੀ। ਹੋ ਜਾਂਦਾ ਬਸ ਡਾਲਰ ਕਮਾਈ ਜਿੰਦੂਆ, ਵੀਰੇ ਜ਼ਿੰਦਗੀ ਨੂੰ ਫਿਰਦਾ ਗਵਾਈ ਜਿੰਦੂਆ। ਤੇ ਸ਼ਿਫਟਾਂ ਨੇ ਕਰਤਾ ਸ਼ਦਾਈ ਜਿੰਦੂਆ, ਸ਼ਿਫਟਾਂ ਨੇ ਕਰਤਾ ਸ਼ਦਾਈ ਜਿੰਦੂਆ। ਹੋ ਦੋਸਤਾਂ ਨਾਲ ਚਲਾ ਗਿਆ ਪੱਬ ਜਿੰਦੂਆ, ਤੇ ਮੋਟੇ ਮੋਟੇ ਪੈਗ ਗਿਆ ਦੱਬ ਜਿੰਦੂਆ। ਦੋਸਤਾਂ ਨਾਲ ਚਲਾ ਗਿਆ ਪੱਬ ਜਿੰਦੂਆ, ਤੇ ਮੋਟੇ ਮੋਟੇ ਪੈਗ ਗਿਆ ਦੱਬ ਜਿੰਦੂਆ। ਬਈ ਗੋਰੀਆਂ ਨਾ ਫਿਰੇ ਚੋਲ ਮੋਲ ਕਰਦਾ, ਹੋ ਗੋਰੀਆਂ ਨਾ ਫਿਰੇ ਚੋਲ ਮੋਲ ਕਰਦਾ। ਕਾਟੋ ਹੋ ਗਈ ਫੁੱਲਾਂ ਤੇ ਕਲੋਲ ਕਰਦਾ, ਕਾਟੋ ਹੋ ਗਈ ਫੁੱਲਾਂ ਤੇ ਕਲੋਲ ਕਰਦਾ। ਇੱਥੇ ਵੀ ਤਾਂ ਪੰਗਾ ਅੰਗਰੇਜ਼ੀ ਵਾਲਾ ਪੈਂਦਾ ਏ, ਗੋਰੀਆਂ ਕੀ ਕਹਿਣ ਪੱਲੇ ਜਿੰਦੂਆ ਨਾ ਪੈਂਦਾ ਏ। ਹੋ ਸਾਰੀਆਂ ਨੂੰ ਜਾਂਦਾ ਏ ਭਜਾਈ ਜਿੰਦੂਆ, ਵੀਰੇ ਇੱਕ ਵੀ ਨਾ ਨਾਲ ਸਾਡੇ ਆਈ ਜਿੰਦੂਆ। ਉਤਰੇਗੀ ਜਿਹੜੀ ਘੁੱਟ ਲਾਈ ਜਿੰਦੂਆ, ਉਤਰੇਗੀ ਜਿਹੜੀ ਘੁੱਟ ਲਾਈ ਜਿੰਦੂਆ। ਆਇਓ ਨਾ ਕੈਨੇਡਾ ਹੱਥ ਜੋੜੇ ਜਿੰਦੂਆ,
ਮੁੜ ਜੋ ਪੰਜਾਬ ਨੂੰ ਹੀ ਮੋੜੇ ਜਿੰਦੂਆ ਆਇਓ ਨਾ ਕੈਨੇਡਾ ਹੱਥ ਜੋੜੇ ਜਿੰਦੂਆ ਮੁੜ ਜੋ ਪੰਜਾਬ ਨੂੰ ਹੀ ਮੋੜੇ ਜਿੰਦੂਆ ਮਾਂ ਦਾ ਨਾ ਪਿਆਰ ਨਾ ਹੀ ਬਾਪੂ ਦਾ ਸਹਾਰਾ ਟੱਬਰ ਵਾਲਾ ਹੋ ਕੇ ਕੱਲਾ ਜਿੰਦੂਆ ਵਿਚਾਰਾ ਟੱਬਰ ਵਾਲਾ ਹੋ ਕੇ ਕੱਲਾ ਜਿੰਦੂਆ ਵਿਚਾਰਾ ਪੈਸਾ ਤਾਂ ਜ਼ਰੂਰ ਪਰ ਲਾਈਫ ਨਾ ਰਹਿੰਦੀ ਕੋਕੀ ਦੀਪ ਮਿੱਠੀ ਜੇਲ ਕੱਟਣੀ ਹੀ ਪੈਂਦੀ ਹੋ ਬੜੇ ਨੇ ਕੈਨੇਡਾ ਦੇ ਲਹੂਰ ਜਿੰਦੂਆ ਵੀਰੇ ਸੋਨੇ ਦੀ ਚਿੜੀ ਤੋਂ ਹੋ ਕੇ ਦੂਰ ਜਿੰਦੂਆ ਮਹਿੰਗਾ ਪਿਆ ਕੈਨੇਡਾ ਵਾਲਾ ਟੂਰ ਜਿੰਦੂਆ ਮਹਿੰਗਾ ਪਿਆ ਕੈਨੇਡਾ ਵਾਲਾ ਟੂਰ ਜਿੰਦੂਆ ਮੈਨੂੰ ਮਹਿੰਗਾ ਪਿਆ ਕੈਨੇਡਾ ਵਾਲਾ ਟੂਰ ਜਿੰਦੂਆ। ਸੋ ਦੋਸਤੋ ਆਪਣੀ ਹੁਣ ਗੱਲ ਸ਼ੁਰੂ ਹੋ ਗਈ ਸੀਗੀ ਮਿਊਨਿਸਪਲ ਇਲੈਕਸ਼ਨਾਂ ਦੀ। ਵੈਸੇ ਸ਼ੋਅ ਦੇ ਵਿੱਚ ਹੰਸਰਾ ਸਾਹਿਬ ਕੋਈ ਕੈਂਪੇਨਿੰਗ ਕਰਨ ਵਾਸਤੇ ਨਹੀਂ ਸੀ ਆਏ, ਨਾ ਹੀ ਇਹਨਾਂ ਦਾ ਇਹ ਕੋਈ ਸਾਡਾ ਪਹਿਲਾਂ ਪ੍ਰੀ ਪਲਾਨ ਸੀਗਾ ਕੁਝ ਵੀ। ਇਹਨਾਂ ਨੂੰ ਮੈਂ ਬੁਲਾਇਆ ਸੀਗਾ, ਮੈਂ ਕਿਹਾ ਵੀ ਜਿਹੜਾ ਬਰੈਂਪਟਨ ਦੇ ਵਿੱਚ ਕੋਈ ਪੁਰਾਣਾ ਜਿਵੇਂ ਕੋਈ ਬਹੁਤ ਟਾਈਮ ਤੋਂ ਜੋ ਲੋਕ ਰਹਿੰਦੇ ਨੇ ਉਹਨਾਂ 'ਚੋਂ ਕੋਈ ਨਾ ਕੋਈ ਬੰਦਾ ਸੱਦੀਏ ਜਿਹੜਾ ਵਧੀਆ ਤਰੀਕੇ ਨਾਲ ਗੱਲ ਕਰ ਸਕੇ। ਸੋ ਮਨਦੀਪ ਨਾਲ ਮੇਰੀ ਗੱਲ ਹੋਈ, ਕਹਿੰਦੇ ਹੰਸਰਾ ਸਾਹਿਬ ਜਿਹੜੇ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਨੇ ਕਿਉਂਕਿ ਉਹ ਆਪ ਬੜੇ ਟਾਈਮ ਤੋਂ ਐਕਟਿਵ ਨੇ ਐਜ਼ ਏ ਰੇਡੀਓ ਹੋਸਟ ਤੇ ਹੋਰ ਵੀ ਬਹੁਤ ਹਰ ਇੱਕ ਕੰਮ ਦੇ ਵਿੱਚ ਇਹ ਜੇ ਵਲੰਟੀਅਰ ਵੀ ਕਰਦੇ ਨੇ, ਅਸੀਂ ਖੁਦ ਆਪ ਦੇਖੇ ਨੇ। ਸੋ ਇਸ ਕਰਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਸੋ ਤਾਂ ਅਸੀਂ ਇਹਨਾਂ ਨੂੰ ਅਪਰੋਚ ਕੀਤਾ ਸੀਗਾ ਜੀ। ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਨਾਲ ਨੇ ਇਹ। ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਇਹ ਦਸਤਾਰਧਾਰੀ ਨੇ, ਪੂਰਾ ਸਿੱਖੀ ਸਰੂਪ ਦੇ ਵਿੱਚ ਨੇ, ਇੰਗਲਿਸ਼ ਵੀ ਆਉਂਦੀ ਆ, ਪੰਜਾਬੀ ਵੀ ਆਉਂਦੀ ਆ ਤੇ ਪੋਲੀਟੀਕਲ ਐਕਟਿਵ ਵੀ ਨੇ। ਸੋ ਮੇਰੇ ਖਿਆਲ ਦੇ ਵਿੱਚ ਜੋ ਇੱਕ ਗੁਣ ਹੋਣਾ ਚਾਹੀਦਾ ਪੋਲੀਟੀਸ਼ੀਅਨ ਦੇ ਵਿੱਚ, ਉਹ ਇਹਨਾਂ ਦੇ ਵਿੱਚ ਸਾਰੇ ਹੈਗੇ ਨੇ। ਤੇ ਦੂਸਰੀ ਗੱਲ ਇਹ ਆ ਵੀ ਇੱਕ ਆਪਣੀ ਪੰਜਾਬੀ ਭਾਈਚਾਰੇ ਦੇ ਵਿੱਚ ਆਪਾਂ ਕਹਿੰਦੇ ਯਾਰ ਪੱਗ ਵਾਲਾ ਦੇਖ ਕੇ ਨਾ ਆਪਾਂ ਨੂੰ ਐ ਲੱਗਦਾ ਵੀ ਬੰਦਾ ਆਪਣਾ ਜਿਹਾ। ਕਿਤੇ ਤੁਸੀਂ ਪ੍ਰੋਬਲਮ 'ਚ ਹੋਵੋ ਨਾ, 10 ਬੰਦਿਆਂ ਦੇ ਵਿੱਚ ਇੱਕ ਪੱਗ ਵਾਲਾ ਹੋ, ਤੁਸੀਂ ਉਹਦੇ ਕੋਲ ਜਾਓਗੇ ਭੱਜ ਕੇ ਵੀ ਇਹਨੇ ਮਦਦ ਕਰ ਦੇਣੀ ਆ ਜਿਵੇਂ ਮਰਜ਼ੀ ਕਰ ਦੇਵੇ। ਸੋ ਸਾਨੂੰ ਥੋੜ੍ਹਾ ਜਿਹਾ ਮਾਣ ਵੀ ਹੁੰਦਾ ਜਦੋਂ ਸਾਡੇ ਪੰਜਾਬੀ ਕੈਂਡੀਡੇਟ ਖੜ੍ਹਦੇ ਨੇ। ਜੇ ਮੈਂ ਗੱਲ ਕਰਾਂ ਵਿੱਕੀ ਢਿੱਲੋਂ ਦੀ, ਉਹ ਵੀ ਬਹੁਤ ਵਧੀਆ ਮੈਨੂੰ ਲੱਗਿਆ, ਬਹੁਤ ਵਧੀਆ ਕੰਮ ਕੀਤੇ ਨੇ, ਜਿਵੇਂ ਡੋਡੇ ਬੰਦ ਕਰਾਏ ਨੇ, ਬਹੁਤ ਵਧੀਆ ਗੱਲ ਆ। ਸੋ ਇਸੇ ਤਰ੍ਹਾਂ ਸਾਡਾ ਕੋਈ ਇਹ ਜਿਹੜਾ ਸ਼ੋਅ ਆ ਕੋਈ ਇਹ ਨਹੀਂ ਹੈਗਾ ਕਿ ਕਿਸੇ ਨੂੰ ਅਸੀਂ ਇੰਡੋਰਸ ਕਰਨਾ ਜਾਂ ਅਸੀਂ ਕਿਸੇ ਨੂੰ ਲੈ ਕੇ ਆਉਂਦੇ ਆ ਸਪੈਸ਼ਲ ਜਾਂ ਪੈਸੇ ਲੈ ਕੇ ਜਾਂ ਦੇ ਕੇ, ਨਹੀਂ। ਸਾਡੀ ਗੱਲਬਾਤ ਚੱਲਦੀ ਸੀ, ਸਾਨੂੰ ਬੰਦੇ ਜਿਵੇਂ ਸਾਨੂੰ ਹੰਸਰਾ ਸਾਹਿਬ ਵਧੀਆ ਲੱਗੇ, ਸਾਡੇ ਲਈ ਰਿਸਪੈਕਟਡ ਨੇ, ਤਾਂ ਅਸੀਂ ਇਹਨਾਂ ਨੂੰ ਆਪਣੇ ਸ਼ੋਅ ਤੇ ਲੈ ਕੇ ਆਏ ਆ। ਸੋ ਹੰਸਰਾ ਸਾਹਿਬ ਹੁਣ ਚਲੋ ਇਹ ਗੱਲ ਚੱਲਦੀ ਆ ਵੀ ਪੋਲੀਟਿਕਸ ਦੀ। ਹੁਣ ਆਪਣੇ ਹਾਲੇ ਮੇਰੇ ਖਿਆਲ 'ਚ ਸਿਟੀ ਕਾਉਂਸਲਰ ਦੇ ਵਿੱਚ ਇੱਕ ਵਿੱਕੀ ਢਿੱਲੋਂ ਆ ਮੇਰੇ ਖਿਆਲ ਦੇ ਵਿੱਚ, ਬਾਕੀ ਸਾਰੇ ਗੋਰੇ ਨੇ। ਸੋ ਹੁਣ ਜੇ ਮੈਂ ਦੇਖਾਂ ਕਿ ਜਿੱਥੇ ਜਾਊ ਚਾਹੇ 2 ਵਾਰਡ ਦੇ ਵਿੱਚ ਪ੍ਰੋਬਲਮ ਆ, ਕੋਈ 6 'ਚ ਆ ਪ੍ਰੋਬਲਮ, ਕੋਈ ਖਿੱਚਦੇ ਸਾਰੇ ਵਿੱਕੀ ਨੂੰ ਨੇ। ਉਹਦਾ ਰੀਜ਼ਨ ਇਹ ਆ ਵੀ ਪੰਜਾਬੀ ਕੈਂਡੀਡੇਟ ਇੱਕੋ ਹੀ ਆ। MP ਜਿਹੜੇ ਹੋਰ MPP ਨੇ ਹਾਲੇ ਉਹ ਕਹਿੰਦੇ ਨੇ ਵੀ ਸਾਡੇ ਮਸਲੇ ਨਹੀਂ, ਇਹ ਤਾਂ ਸਿਟੀ ਦੇ ਮਸਲੇ ਨੇ। ਸੋ ਸਾਨੂੰ ਲੋੜ ਆ ਵੈਸੇ ਕਿ ਤੁਹਾਡੇ ਵਰਗਾ ਇੱਕ ਬੰਦਾ ਹੋਣਾ ਚਾਹੀਦਾ ਕਿ ਜੋ ਕਵਰ ਕਰ ਸਕੇ। ਇੱਕ ਤਾਂ ਤੁਸੀਂ ਅਖਬਾਰ ਦੇ ਵਿੱਚ ਉੱਥੋਂ ਤੋਂ ਡਰਦੇ ਵੀ ਨੇ ਸਾਰੇ ਪੋਲੀਟੀਸ਼ੀਅਨ, ਉਹਨਾਂ ਨੂੰ ਪਤਾ ਵੀ ਖਬਰ ਛਾਪ ਦੇਣੀ ਆ। ਸੋ ਤੁਹਾਡਾ ਜਿਹੜਾ ਬਾਉਂਡਰੀ ਲਾਈਨ, ਕਿਉਂਕਿ 2 ਤੇ 6 ਵਾਰਡ ਦਾ ਲੋਕਾਂ ਨੂੰ ਪਤਾ ਹੈ ਨਹੀਂਗਾ ਵੀ ਕਿਹੜੀ ਬਾਉਂਡਰੀ ਲਾਈਨ ਪੈਂਦੀ ਹੈ ਤੁਹਾਡੀ, ਥੋੜਾ ਜਿਹਾ ਦੱਸੋ। ਬਾਉਂਡਰੀ ਤਾਂ ਦੱਸਣੀ ਬੜੀ ਮੁਸ਼ਕਿਲ ਆ ਜੀ। ਇਹ ਕਹਿ ਲਓ ਵੀ ਇੱਕ ਤਾਂ ਉਹਦਾ ਖੁੰਝਾ ਹੈਗਾ ਹਾਈਵੇ 410 ਤੇ ਬੋਵੇਡ, ਠੀਕ ਹੈ ਜੀ, ਤੇ ਉੱਪਰ ਦੀ ਬੋਵੇਡ ਦੇ ਉੱਤੇ ਦੀ ਮਿਸਿਸਾਗਾ ਰੋਡ ਦੇ ਉੱਪਰ ਦੀ ਤੇ ਸਟੀਲ ਦੇ ਉੱਪਰ ਦੀ ਇਹ ਮੇਵਸ ਤੇ ਸਟੀਲ ਤੇ ਆ ਜਾਂਦੀ ਆ। ਜੇ ਆਪਾਂ ਮੋਟਾ ਜਿਹਾ ਦੇਖੀਏ ਤਾਂ ਇਧਰੋਂ 410, ਹਾਂਜੀ, ਉਧਰੋਂ ਮੇਵਸ ਹਾਂ, ਤੇ ਉੱਪਰਲੇ ਪਾਸਿਓਂ ਚਲੇ ਜਾਂਦੀ ਆ ਬੋਵੇਡ ਤੇ ਉਧਰ ਮਿਸਿਸਾਗਾ ਰੋਡ ਤੇ ਉਧਰ ਸਟੀਲਸ। ਕਾਫੀ ਵੱਡਾ, ਬਹੁਤ ਵੱਡਾ ਵਾਰਡ ਆ। ਫੈਰਨੀ ਆ, ਜਿਸ ਤਰ੍ਹਾਂ ਮੈਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਸਾਰੀ ਜ਼ਮੀਨ ਹੈ ਜਿਹੜੀ ਹਰੇ ਇੱਥੇ ਡਿਵੈਲਪ ਕਰਨੀ ਬਾਕੀ ਆ ਜੀ। ਦੂਸਰੀ ਗੱਲ ਇਹ ਆ ਵੀ ਸਾਡੇ ਬਰੈਂਪਟਨ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵਿੱਕੀ ਢਿੱਲੋਂ ਹੁਣੀ ਬੈਠੇ ਆ, ਕੋਈ ਇਹ ਜ਼ਰੂਰੀ ਨਹੀਂ ਹੈ ਵੀ ਪੰਜਾਬੀ ਕੈਂਡੀਡੇਟ ਹੀ ਹੋਏ। ਹਾਲਾਂਕਿ ਸਾਡੇ ਲੋਕ ਬੜੇ ਮਹਿਸੂਸ ਕਰਦੇ ਵੀ ਜਾਂ ਸਾਡੇ ਬੰਦੇ ਉੱਥੇ ਚੁਣ ਕੇ ਜਾਣ। ਆਈ ਥਿੰਕ ਇਟਸ ਦੀ ਓਨਲੀ ਰੀਜ਼ਨ ਬਈ ਸਾਨੂੰ ਕਮਿਊਨੀਕੇਟ ਕਰਨਾ ਬੜਾ ਸੁਖਾਲਾ ਹੋ ਜਾਂਦਾ, ਕਿਉਂਕਿ ਕਲਚਰਲੀ ਅਸੀਂ ਇੱਕ ਦੂਜੇ ਨੂੰ ਜਾਣਦੇ ਆ। ਪਟਾਕੇ ਚਲਾਉਣੇ ਆ ਹੁਣ ਦੀਵਾਲੀ ਦੇ ਉੱਤੇ, ਕਈ ਗੋਰਿਆਂ ਨੂੰ ਤਾਂ ਕਈ ਵਾਰ ਗੱਲ ਹੀ ਨਹੀਂ ਸਮਝਦੀ ਵੀ ਇਹ ਫੈਸਟੀਵਲ ਦੇ ਉੱਤੇ ਪਟਾਕੇ ਕਾਹਦੇ ਚਲਾਉਣੇ, ਤੁਸੀਂ ਕੱਲੀਆਂ ਲਾਈਟ। ਸੋ ਮੇਰਾ ਇਟਸ ਈਜ਼ੀ ਟੂ ਰਿਲੇਟ to our own cultural background people. That's why ਮੈਨੂੰ ਲੱਗਦਾ ਬਹੁਤੇ ਲੋਕ ਇਹ ਤਮੰਨਾ ਕਰਦੇ ਨੇ ਵੀ ਚਲੋ ਯਾਰ ਸਾਡੇ ਵਰਗੇ ਬੰਦੇ ਉੱਥੇ ਹੋਣ। ਨਹੀਂ, ਡਰ ਬੜਾ ਲੱਗਦਾ ਜੀ, ਜਿਵੇਂ ਆਮ ਬੰਦੇ ਨੇ ਜਾਣਾ, ਕੋਈ ਪ੍ਰੋਬਲਮ ਆ ਨਾ, ਉਹਨੂੰ ਸਿਟੀ ਦੇ ਵਿੱਚ ਉਹਨੂੰ ਪਹਿਲੀ ਗੱਲ ਤਾਂ ਉੱਥੋਂ ਨਾ ਪਾਰਕਿੰਗ ਤੋਂ ਬਾਅਦ ਸਿਟੀ ਕਾਉਂਸਲ 'ਚ ਨਹੀਂ ਵੜ ਹੁੰਦਾ, ਕਿਉਂਕਿ ਉਹ ਲਿਫਟਾਂ ਬੜੀਆਂ ਬੇਕਾਰ ਜਿਹੇ ਤਰੀਕੇ ਨਾਲ ਬਣਾਈਆਂ ਉੱਥੇ, ਉਹ ਬੜਾ ਬੰਦਾ ਉਲਝ ਜਾਂਦਾ। ਉੱਥੇ ਜਾ ਕੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਗੱਲਬਾਤ ਕਰੀਏ ਕਿਵੇਂ। ਇਹੀ ਇੱਕ ਕਲਚਰ ਆ ਜਿਹੜਾ ਅਸੀਂ ਚੇਂਜ ਕਰਨਾ ਬਈ ਜਿਹੜਾ ਸਿਟੀ ਹਾਲ ਆ ਜਾਂ ਸਿਟੀ ਹਾਲ ਦਾ ਸਟਾਫ ਆ ਜਾਂ ਕਾਉਂਸਲ ਆ, ਇਹ ਲੋਕਾਂ ਦੇ ਸੇਵਾਦਾਰ ਆ ਜੀ। ਇਹ ਪੋਲੀਟੀਸ਼ੀਅਨ ਨਹੀਂ ਹੈਗੇ,
ਇਹ ਕੋਈ ਅਫਸਰ ਨਹੀਂ ਹੈਗੇ। ਫੋਰ ਐਗਜ਼ਾਮਪਲ ਤੁਸੀਂ ਸਮਾਲ ਬਿਜ਼ਨਸ ਸ਼ੁਰੂ ਕਰਨਾ, ਤੁਸੀਂ ਪਰਮਿਟ ਅਪਲਾਈ ਕਰਦੇ ਹੋ ਤਾਂ ਇੰਸਪੈਕਟਰ ਆ ਜਾਂਦਾ ਤੁਹਾਨੂੰ ਦੱਸਣ ਤੁਹਾਨੂੰ ਆਹ ਕਰਨਾ ਪੈਣਾ, ਤੁਹਾਨੂੰ ਆਹ ਕਰਨਾ। ਹੁਣ ਸਮਾਲ ਬਿਜ਼ਨਸਮੈਨ ਆ, ਹੀ ਨੀਡਸ ਆਲ ਦ ਹੈਲਪ ਹੀ ਕੈਨ ਗੈਟ। ਹੈਲਪ ਦੇਣ ਵਾਲਾ ਉੱਥੇ ਕੋਈ ਨਹੀਂ। ਉਹਦੇ ਉੱਤੇ ਸਰਦਾਰੀ ਕਰਨ ਵਾਲੇ, ਪੁਲਿਸ ਵਾਲਿਆਂ ਨੂੰ ਅਫਸਰੀ ਸ਼ਾਹੀ ਕਰਨ ਵਾਲੇ ਉੱਤੇ ਬਹੁਤ ਆ ਜਾਂਦੇ ਆ। ਮੈਂ ਜਦੋਂ ਉੱਥੇ ਜਾਊਂਗਾ ਆਈ ਵਿਲ ਚੇਂਜ ਦੈਟ ਕਲਚਰ। ਬਈ ਨਹੀਂ ਯਾਰ, ਜੇ ਕੋਈ ਸਮਾਲ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ, ਆਬਵੀਅਸਲੀ ਉਹਨੂੰ ਤੁਸੀਂ ਲਾ ਤਾਂ ਦੱਸੋ ਹੀ ਦੱਸੋ ਵੀ ਭਾਈ ਤਾਂ ਐਂ ਕਰਨਾ, ਪਰ ਇਹ ਨਹੀਂ ਹੈ ਵੀ ਤੁਸੀਂ 6-6 ਮਹੀਨੇ ਉਹਦਾ ਸਾਈਨ ਲਾਉਣ ਦੇ ਉੱਤੇ ਸਿਆਸਤ ਘੋਟੀ ਜਾਓ, ਐਵੇਂ ਉਹਨਾਂ ਨੂੰ ਫਾਈਨ ਕਰੀ ਜਾਓ। ਉਹਨੇ ਵਿਚਾਰੇ ਨੇ ਮਸਾਂ ਸਾਈਨ ਕੰਪਨੀ ਨੂੰ ਜਾ ਕੇ ਪੈਸੇ ਦੇ ਕੇ ਆਪਦਾ ਸਾਈਨ ਲਵਾਉਣਾ ਹੁੰਦਾ। ਸੋ ਦੀਜ਼ ਆਰ ਦ ਥਿੰਗ, ਜਿਹੜੀ ਰੈੱਡ ਟੇਪ ਆ, ਜਿਹੜੀ ਅਫਸਰ ਸ਼ਾਹੀ ਆ, ਇਹਨੂੰ ਲਿਮਿਨੇਟ ਕਰਨ ਦੀ ਲੋੜ ਆ ਤਾਂ ਕਿ ਸਾਡੇ ਸਮਾਲ ਬਿਜ਼ਨਸਿਸ ਆ ਸਕਣ। ਉਹਨੇ ਕੀ ਕਰਨਾ? ਜੌਬਸ ਕ੍ਰੀਏਟ ਕਰਨੇ। ਸਮਾਲ ਬਿਜ਼ਨਸ ਆ ਜਿਹੜਾ ਜੌਬ ਕ੍ਰੀਏਟ ਕਰਦਾ, ਉਹਨੇ ਕੀ ਕਰਨਾ? ਸਾਡੀ ਜਿਹੜੀ ਪਾਵਰਟੀ ਆ, ਸਭ ਤੋਂ ਵੱਡੀ ਪ੍ਰੋਬਲਮ ਬਰੈਂਪਟਨ ਦੇ ਵਿੱਚ, ਜਿਹੜੀ ਕਿ ਸਾਡੇ ਭਾਈਚਾਰੇ ਨੂੰ ਇਹ ਅੰਕੜੇ ਜਿਹੜੇ ਉਹ ਸੁੰਨ ਕਰ ਦਿੰਦੇ ਆ, 1,67,000 ਬੰਦਾ ਬਰੈਂਪਟਨ ਦੇ ਵਿੱਚ ਅੰਡਰ ਪਾਵਰਟੀ ਲਾਈਨ ਰਹਿ ਰਿਹਾ। 1,67,000 ਬਹੁਤ ਵੱਡੀ। ਤੁਸੀਂ ਨਾਈਟ ਸਟੇਬਲ ਤੇ ਜਾਓ, ਕੈਨੇਡੀਅਨ ਗਲੇਡਨ ਰੋਡ ਦੀ ਨੁੱਕਰ ਦੇ ਉੱਤੇ ਨਾਈਟ ਸਟੇਬਲ ਆ, ਇੱਕ ਆਰਗੇਨਾਈਜੇਸ਼ਨ ਆ ਜਿਹੜੀ ਭੁੱਖਿਆਂ ਨੂੰ ਰੋਟੀ ਖਵਾਉਂਦੀ ਆ। 40% ਉੱਥੇ ਉਹ ਲੋਕ ਆਉਂਦੇ ਆ ਜਿਨ੍ਹਾਂ ਦੀ ਏਜ 10 ਸਾਲ ਤੋਂ ਥੱਲੇ ਆ। That's how many kids actually go to sleep every night without food. ਇਹ ਬਰੈਂਪਟਨ ਦੇ ਸੂਰਤ ਹਾਲਤ ਆ। ਜਦੋਂ ਕਿ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ, ਸਾਡੀ ਫੈਡਰਲ ਗਵਰਨਮੈਂਟ ਰੀਜਨਲ ਅਪੀਲ ਦੇ ਥਰੂ ਫੰਡਿੰਗ ਕਰ ਸਕਦੀ ਆ, ਉਹਨਾਂ ਦੇ ਕੋਲੇ ਪਾਵਰਟੀ ਰਿਡਕਸ਼ਨ ਸਟ੍ਰੈਟਜੀ ਹੈਗੀ ਆ, ਪਰ we're not part of it. If we are part of it, maybe we're not effectively using those resources that governments are giving. So ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਯੂਨੀਵਰਸਿਟੀ ਆ ਫॉर ਐਗਜ਼ਾਮਪਲ। ਹੁਣ ਯੂਨੀਵਰਸਿਟੀ ਦੀ ਗੱਲ ਤਾਂ ਸਾਰੇ ਕਰੀ ਜਾਂਦੇ ਆ ਵੋਟਾਂ ਦੇ ਉੱਤੇ, ਕਿਉਂਕਿ ਵੋਟ ਯੂਨੀਵਰਸਿਟੀ ਦੇ ਨਾਂ ਤੇ ਮਿਲਦੀ ਆ ਪਿਛਲੀਆਂ 3 ਇਲੈਕਸ਼ਨਾਂ ਦੇ ਵਿੱਚ, ਪਰ ਕਾਉਂਸਲ ਆ ਜਿਹੜੀ ਉਹਦਾ ਬਿਜ਼ਨਸ ਪਲਾਨ ਹੁਣ ਤੱਕ ਨਹੀਂ ਤਿਆਰ ਕਰ ਸਕੇ। ਇਜ਼ ਆਲ ਦੇ ਹੈਡ ਟੂ ਡੂ ਇਜ਼ ਪ੍ਰੀਪੇਅਰ ਬਿਜ਼ਨਸ ਪਲਾਨ। ਪ੍ਰੋਵਿੰਸ਼ੀਅਲ ਗਵਰਨਮੈਂਟ ਫਿਰ ਤੁਹਾਡੇ ਯੂਨੀਵਰਸਿਟੀ ਬਣਾਉਣ ਆਊਗੀ, ਕਿਉਂਕਿ ਇਟਸ देयर ਜੌਬ ਟੂ ਡੂ ਇਟ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ, ਇਹ ਜਿਹੜਾ ਕਲਚਰ ਆ, ਮੈਂ ਚੇਂਜ ਕਰੂੰਗਾ ਜੀ ਡੈਫੀਨਿਟਲੀ, ਬਿਕਾਜ਼ ਮੇਰੀ ਸਮਝ ਦੇ ਵਿੱਚ ਬਈ ਜਿਹੜਾ ਸਿਟੀ ਹਾਲ ਆ ਉਹਦੇ ਅੰਦਰ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਕਿਉਂਕਿ ਮੈਂ ਹੁਣ ਐਜ਼ ਅ ਰਿਐਲਟਰ ਉੱਥੇ ਜਾਂਦਾ ਹੁੰਦਾ ਕਈ ਵਾਰ ਨਾ, ਜ਼ੋਨਿੰਗ ਪਤਾ ਕਰਨ ਚਾਹੀਦੀ ਹੈ, ਜਿਵੇਂ ਕੋਈ ਪ੍ਰਾਪਰਟੀ ਆ ਉਹਦੀ ਜ਼ੋਨਿੰਗ 10 ਈਅਰ ਪਲਾਨ ਕੀ ਆ, ਉਹ ਬੜੀਆਂ ਫਾਰਮੈਲਿਟੀਆਂ ਨੇ ਉੱਥੇ। ਪਹਿਲਾਂ ਖੜ ਜਾਓ ਕਲਰਕ ਕੋਲ ਜਾ ਕੇ, ਕਲਰਕ ਤੁਹਾਨੂੰ ਦੱਸਦਾ ਵੀ ਉਹ ਜ਼ੋਨਿੰਗ ਵਾਲਾ ਆਊਗਾ। ਉੱਥੇ ਤੁਸੀਂ ਜ਼ੋਨਿੰਗ ਦੀ ਜਗ੍ਹਾ ਉੱਤੇ ਤੁਸੀਂ ਕੁਝ ਹੋਰ ਗੱਲ ਕਰ ਦਿਓ, ਉਹ ਕਹਿਣਗੇ ਉਹ ਦੂਸਰੇ ਡਿਪਾਰਟਮੈਂਟ ਤੇ ਜਾਓ। ਜਦ ਤੱਕ ਤੁਹਾਨੂੰ ਪਾਰਟਿਕੂਲਰ ਵਰਡ ਦਾ ਨਹੀਂ ਨਾ ਪਤਾ, ਤੁਹਾਡੀ ਕੋਈ ਹੈਲਪ ਨਹੀਂ ਕਰਦਾ। ਤੁਹਾਨੂੰ ਅਹਿਸਾਸ ਦਿਵਾਉਂਦੇ ਵੀ ਅਸੀਂ ਅਫਸਰ ਆ ਤੇ ਤੁਸੀਂ ਸਾਡੇ ਤੋਂ ਕੋਈ ਹੈਲਪ ਲੈਣ ਆਏ ਹੋਏ ਹੋ, ਹਾਲਾਂਕਿ ਜਦੋਂ ਦੇਅਰ ਟੂ ਹੈਲਪ ਯੂ ਐਂਡ ਯੂ ਆਰ ਪੇਇੰਗ ਫॉर them। ਇਹ ਜਿਹੜਾ ਕਲਚਰ ਆ, ਆਈ ਵਾਂਟਡ ਟੂ ਚੇਂਜ ਦੈਟ। ਜਿਹੜੀ ਹਾਇਰਿੰਗ ਪਾਲਿਸੀ ਆ, ਆਈ ਵਾਂਟਡ ਟੂ ਲੁੱਕ ਐਟ ਦੈਟ। ਐਡਵਰਟਾਈਜ਼ਿੰਗ ਆ ਫॉर ਐਗਜ਼ਾਮਪਲ, ਸਿਟੀ ਦੇ ਕੋਲ ਐਡਵਰਟਾਈਜ਼ਿੰਗ ਪਾਲਿਸੀ ਆ, ਐਡ ਪਰਚੇਸਿੰਗ ਪਾਲਿਸੀ ਆ ਉਹਨਾਂ ਦੀ। ਸਾਡੇ ਕਿਸੇ ਪੰਜਾਬੀ ਅਖਬਾਰ ਨੂੰ ਸਿਟੀ ਦੇ ਵੱਲੋਂ ਐਡਵਰਟਾਈਜ਼ਿੰਗ ਨਹੀਂ ਆਉਂਦੀ, ਪੋਲੀਟੀਸ਼ੀਅਨਾਂ ਵੱਲੋਂ ਤਾਂ ਆ ਜਾਂਦੀ ਹੈ, ਕਈ ਵਾਰ ਵਧਾਈਆਂ ਆ ਗਈਆਂ, ਦੀਵਾਲੀ ਦੀ ਆ ਗਈ ਹੈ, ਪਰ ਸਿਟੀ ਦੇ ਵੱਲੋਂ ਜਿਹੜੀ ਐਡਵਰਟਾਈਜ਼ਿੰਗ ਆ ਉਹ ਪੰਜਾਬੀ ਅਖਬਾਰਾਂ ਨੂੰ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਵੀ ਕਿਉਂਕਿ ਬਰੈਂਪਟਨ ਦੇ ਸਾਰੇ ਲੋਕ ਤਾਂ ਅੰਗਰੇਜ਼ੀ ਦਾ ਅਖਬਾਰ ਨਹੀਂ ਪੜ੍ਹਦੇ। ਬਰੈਂਪਟਨ ਦੇ ਸਾਰੇ ਲੋਕ ਕੁਝ ਇਹੋ ਜਿਹੇ ਹੈਗੇ ਜਿਹੜੇ ਪੁਰਤਗੀਜ਼ ਅਖਬਾਰ ਪੜ੍ਹਦੇ ਆ, ਜਿਹੜੇ ਉਰਦੂ ਦਾ ਅਖਬਾਰ ਪੜ੍ਹਦੇ, ਜਿਹੜਾ ਪੰਜਾਬੀ। ਸੋ ਦੀਸ ਆਰ ਦ ਥਿੰਗਸ ਦੈਟ ਆਮ ਗੋਇੰ ਟੂ ਗੋ ਇਨ ਐਂਡ ਟੈਕਲ ਹੈਡ ਔਨ। ਸੋ ਇੱਕ ਆਖਰ ਦੇ ਵਿੱਚ, ਕਿਉਂਕਿ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਗੱਲਾਂ ਤਾਂ ਹੋਰ ਕਰਨ ਨੂੰ ਵੀ ਬਹੁਤ ਦਿਲ ਕਰਦਾ ਸੀ। ਇੱਕ ਹੋਰ ਜੀ, ਜਿਵੇਂ ਹੁਣ ਸਿਟੀ ਦੇ ਵਿੱਚ ਕੋਈ ਜੌਬ ਲੈਣੀ ਆ, ਉਹ ਯੂਨੀਅਨਾਈਜ਼ਡ ਜੌਬਸ ਨੇ। ਹੁਣ ਜਿਹੜਾ ਬੰਦਾ, ਹੁਣ ਉਹਨਾਂ ਨੇ ਜਿਵੇਂ ਕਬਜ਼ਾ ਕਰ ਲਿਆ ਉਹਦੇ ਉੱਤੇ ਵੀ ਅਸੀਂ, ਸਾਡੇ ਰਿਸ਼ਤੇਦਾਰ ਜਾਂ ਸਾਡੇ ਰੈਫਰੈਂਸ ਵਾਲੇ ਲੱਗਣਗੇ, ਹੋਰ ਬੰਦਾ ਉੱਥੇ ਅਪਲਾਈ ਵੀ ਨਹੀਂ ਕਰ ਸਕਦਾ। ਮੈਂ ਕਾਫੀ ਜ਼ਿਆਦਾ ਇਸ ਗੱਲ ਬਾਰੇ ਮੈਂ ਕਾਫੀ ਪੋਲੀਟੀਸ਼ੀਅਨਾਂ ਨੂੰ ਵੀ ਪੁੱਛਿਆ, ਸਿਰਫ ਆਪਣੇ ਕੋਲੇ ਥੋੜੇ ਜਿਹੇ ਮਿੰਟ ਨੇ, ਇਹਦੇ ਵਿੱਚ ਤੁਸੀਂ ਦੱਸਿਓ ਵੀ ਇਹਦੇ ਬਾਰੇ ਕੀ ਹੋ ਸਕਦਾ। ਦੇਖੋ ਜੀ, ਬਹੁਤ ਸਾਰਾ ਕੰਟਰੋਲਡ ਸਿਸਟਮ ਚੱਲ ਰਿਹਾ ਉੱਥੇ। ਮੈਂ ਪਹਿਲਾਂ ਹੀ ਕਿਹਾ ਵੀ ਆਮ ਗੋਇੰ ਟੂ ਬੀ ਲੁਕਿੰਗ ਐਟ ਹਾਇਰਿੰਗ ਪਾਲਿਸੀ, ਵੀ ਕਿੱਦਾਂ। ਹਾਲਾਂਕਿ ਵਿਕੀ ਢਿੱਲੋਂ ਨੇ ਇਸ ਏਰੀਆ ਦੇ ਵਿੱਚ ਕਾਫੀ ਕੰਮ ਕੀਤਾ, ਇਸੇ ਕਰਕੇ ਸਾਡੇ ਬਹੁਤ ਸਾਰੇ ਬਰੈਂਪਟਨ ਟ੍ਰਾਂਜ਼ਿਟ ਦੇ ਜਿਹੜੇ ਡਰਾਈਵਰ ਨੇ ਉਹ ਹਾਇਰ ਹੋਏ ਨੇ, ਕਿਉਂਕਿ ਹੀ ਸੋਰਟ ਆਫ ਓਪਨ ਦ ਡੋਰਸ। ਆਈ ਥਿੰਕ ਉਹ ਡੋਰ ਸਾਡੇ ਉਹ ਸਿਟੀ ਹਾਲ ਦੇ ਲਈ ਵੀ ਖੁੱਲ੍ਹਣੇ ਜ਼ਰੂਰੀ ਹੈ, ਤਾਂ ਕਿ ਸਿਟੀ ਹਾਲ ਦੇ ਵਿੱਚ ਵੀ ਜਦੋਂ ਤੁਸੀਂ ਜਾਓ, ਦੈਟ ਸਿਟੀ ਹਾਲ ਸ਼ੁੱਡ ਰਿਫਲੈਕਟ ਵੀ ਯਾਰ ਮੇਰੇ ਵਰਗੇ ਲੋਕ ਆ ਜਿਹੜੇ ਇੱਥੇ ਅੰਦਰ ਕੰਮ ਕਰਦੇ ਆ, ਕੋਈ ਡਿਫਰੈਂਟ ਨਹੀਂ ਹੈਗੇ। ਸੋ ਇਹ ਪਾਲਿਸੀਜ਼ ਬਣੀਆਂ ਹੋਈਆਂ, ਪੁਰਾਣੇ ਲਾਜ਼ ਬਣੇ ਹੋਏ ਨੇ, ਉਹਦੇ ਅਨੁਸਾਰ ਹੀ ਕੰਮ ਚੱਲੀ ਜਾਂਦਾ। ਉਹਨਾਂ ਨੂੰ ਚੇਂਜ ਕਰਨ ਦੀ ਲੋੜ ਆ। ਕਾਉਂਸਲ ਦਾ ਕੰਮ ਹੀ ਇਹ ਆ ਬਈ ਤੁਸੀਂ ਬਾਇਲਾਜ਼ ਬਣਾਉਣੇ, ਬਾਇਲਾਜ਼ ਚੇਂਜ ਕਰਨੇ, ਬਾਕੀ ਕੰਮ ਤਾਂ ਸਾਰਾ ਸਟਾਫ ਕਰਦਾ ਉੱਥੇ। ਸੋ ਆਈ ਵਿਲ ਡੈਫੀਨਿਟਲੀ ਲੁੱਕ ਇਨਟੂ ਆਲ ਦੀਸ ਥਿੰਗਸ, ਕਿਉਂਕਿ ਸਾਰੀਆਂ ਚੀਜ਼ਾਂ ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਆਈ ਵਿਲ ਨਾਟ ਵੇਟ ਫॉर ਵੀ ਗੁਰਵੀਰ ਤੁਸੀਂ ਮੈਨੂੰ ਆ ਕੇ ਕਹੋਗੇ ਫਿਰ ਇਹ ਮੈਂ ਮੁੱਦਾ ਉਠਾਊਂਗਾ। ਮੈਨੂੰ ਇਹ ਸਾਰੇ ਤਕਰੀਬਨ ਮੁੱਦਿਆਂ ਦਾ ਪਤਾ। One at a time I will tackle them all. ਸੋ ਹੁਣ ਆਪਾਂ ਦੇਖਿਆ ਜਾਵੇ ਕਿ ਹੁਣ
ਪਹਿਲੀ ਜਨਰੇਸ਼ਨ ਤੇ ਹੁਣ ਦੀ ਜਨਰੇਸ਼ਨ ਦੇ ਵਿੱਚ ਕਾਫੀ ਫਰਕ ਆ ਗਿਆ। ਅੱਜ ਕੱਲ੍ਹ ਦੇ ਜਿਵੇਂ ਨੌਜਵਾਨ ਮੁੰਡੇ ਜਾਂ ਉਹ ਇੰਨਾ ਠਰੰਬਾ ਨਹੀਂ ਹੈਗਾ, ਵੇਟ ਨਹੀਂ ਕਰਦੇ, ਇੰਨੀ ਰਿਜ਼ਲਟ ਬੜਾ ਛੇਤੀ ਭਾਲਦੇ ਨੇ। ਤੁਸੀਂ ਹੁਣ ਸਾਡੇ ਜਿਹੜੇ ਸਰੋਤੇ ਨੇ, ਸਾਡੇ ਜਿਹੜੇ ਦਰਸ਼ਕ ਨੇ, ਜੋ ਇਸ ਵਕਤ ਟੀਵੀ ਪ੍ਰੋਗਰਾਮ ਦੇਖ ਰਹੇ ਨੇ, ਸਾਡੇ ਨੌਜਵਾਨ ਮੁੰਡਿਆਂ ਨੂੰ ਜਾਂ ਸਾਡੀ ਕਮਿਊਨਿਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ? ਤੇ ਤੁਸੀਂ ਆਪਣਾ ਜਿਹੜਾ ਮੈਸੇਜ ਵੀ ਤੁਸੀਂ ਹੁਣ ਦੇ ਸਕਦੇ ਹੋ ਕਿ ਤੁਸੀਂ ਖੜ ਰਹੇ ਹੋ ਤੇ ਅਸੀਂ ਤੁਹਾਨੂੰ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਥਰੂ ਮੈਸੇਜ ਦੇਵੋ ਸਾਡੀ ਕਮਿਊਨਿਟੀ ਨੂੰ ਕਿ ਤੁਸੀਂ ਜਿਹੜੀਆਂ ਇਲੈਕਸ਼ਨਾਂ ਲੜ ਰਹੇ ਹੋ, ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਦੋ ਸ਼ਬਦ। ਪਹਿਲੀ ਤਾਂ ਗੱਲ ਇਹ ਹੈ ਜੀ, ਮੇਰਾ ਨਾਮ ਸੁਖਮਿੰਦਰ ਸਿੰਘ ਹੰਸਰਾ, ਆਈ ਐਮ ਯੂਰ ਕੈਂਡੀਡੇਟ ਫਰਮ ਵਾਰਡਸ 2 and 6। 27 ਤਰੀਕ ਨੂੰ ਇਲੈਕਸ਼ਨਸ ਹੋ ਰਹੀਆਂ ਨੇ, 11 ਤਰੀਕ ਉਸ ਤੋਂ ਬਾਅਦ 14, 15, 16, 18 ਐਡਵਾਂਸ ਪੋਲਿੰਗ ਹੋ ਰਹੀ ਹੈ। ਨਾਓ ਵਾਈ am I contesting this election? ਇਹ ਕੁਐਸਚਨ ਮੈਨੂੰ ਪਹਿਲਾਂ 2-3 ਹਫ਼ਤੇ ਲਗਾਤਾਰ ਪੁੱਛਿਆ ਜਾਂਦਾ ਰਿਹਾ। ਮੈਨੂੰ ਲੱਗਿਆ ਵੀ ਆਮ ਕੰਪੈਲਡ ਟੂ ਡੂ ਸਮਥਿੰਗ ਫॉर ਮਾਈ ਸੋਸਾਇਟੀ। ਆਈ ਬੀਨ ਕਵਰਿੰਗ ਆਲ ਦਿਸ, ਕਿਉਂਕਿ ਜਦੋਂ ਤੁਸੀਂ ਇੱਕ ਜਰਨਲਿਸਟ ਬਣ ਜਾਂਦੇ ਹੋ ਨਾ, ਤਾਂ ਤੁਸੀਂ ਫਿਰ ਲੋਕਾਂ ਦੀ ਜਿਹੜੀ ਨਬਜ਼ ਆ ਉਹਨੂੰ ਪਛਾਣ ਵੀ ਲੈਂਦੇ ਹੋ ਤੇ ਮਹਿਸੂਸ ਵੀ ਕਰਦੇ ਹੋ। ਐਂਡ ਆਈ ਹੈਵ ਆਲ ਦੈਟ। ਮੈਨੂੰ ਸਾਰੇ ਇਸ਼ੂਜ਼ ਦਾ ਪਤਾ ਤੇ ਮੇਰੇ ਕੋਲ ਇਹ ਵੀ ਹਿੰਮਤ ਹੈਗੀ ਆ, ਆਈ ਕੈਨ ਕਾਲ ਸਪੇਡ ਅ ਸਪੇਡ। ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ, ਕਿਉਂਕਿ ਮੈਨੂੰ ਤੁਸੀਂ ਉੱਥੇ ਇਲੈਕਟ ਕਰਕੇ ਭੇਜਣਾ, ਮੈਂ ਸਿਰਫ ਤੁਹਾਡੀ ਪਰਵਾਹ ਕਰਨੀ ਆ, ਐਂਡ ਦੈਟ ਇਜ਼ ਫੈਕਟ। ਦੂਸਰੀ ਗੱਲ ਇਹ ਆ ਵੀ ਮੇਰੀ ਜ਼ਿਹਨ ਦੇ ਵਿੱਚ, ਮਾਰਕ ਮਾਈ ਵਰਡ, ਕਿ ਮੈਂ ਪੋਲੀਟਿਕਸ ਖਤਮ ਕਰਨੀ ਚਾਹੁੰਦਾ ਸਿਟੀ ਹਾਲ ਦੇ ਵਿੱਚੋਂ। ਪੋਲੀਟਿਕਸ 27 ਤਾਰੀਖ ਤੱਕ ਆ, ਜਦੋਂ ਵੋਟਾਂ ਲੈਣੀਆਂ, ਉਸ ਤੋਂ ਬਾਅਦ ਜਿਹੜਾ ਬੰਦਾ ਬਣ ਗਿਆ ਉਹ ਸੇਵਾਦਾਰ ਬਣੇ। ਦੇਰ ਇਜ਼ ਨੋ ਆਪੋਜੀਸ਼ਨ, ਦੇਰ ਇਜ਼ ਨੋ ਰੂਲਿੰਗ ਪਾਰਟੀ, ਦੇਰ ਇਜ਼ ਓਨਲੀ ਵਨ ਕਾਉਂਸਲ। ਤੇ ਵਨ ਕਾਉਂਸਲ ਹੈਜ਼ ਟੂ ਵਰਕ ਟੁਗੈਦਰ ਫॉर ਬੈਟਰਮੈਂਟ ਆਫ ਬਰੈਂਪਟਨ। ਜੇ ਸਾਨੂੰ ਘਰ ਚਾਹੀਦੇ ਨੇ ਜਿੱਥੇ, ਉੱਥੇ ਘਰ ਪੈਣ। ਜਿੱਥੇ ਘਰ ਨਹੀਂ ਚਾਹੀਦੇ, ਜਿੱਥੇ ਪਲਾਜ਼ਾ ਬਣਨਾ, ਉੱਥੇ ਪਲਾਜ਼ਾ ਹੀ ਬਣੇ, ਰਿਗਾਰਡਲੈਸ ਵੀ ਬਿਲਡਰ ਮੈਨੂੰ ਜਾਣਦਾ ਜਾਂ ਨਹੀਂ ਜਾਣਦਾ। ਦੈਟ ਮੇਕਸ ਨੋ ਡਿਫਰੈਂਸ। ਕਾਉਂਸਲ ਇਕੱਠੀ ਕੰਮ ਕਰੇ। ਮੈਂ ਟੀਮ ਵਰਕ ਦੇ ਵਿੱਚ ਯਕੀਨ ਰੱਖਣ ਵਾਲਾ ਬੰਦਾ, ਮੈਂ ਅਨੇਕਾਂ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕੀਤਾ। ਮੇਰਾ ਟਰੈਕ ਰੈਕਡ ਆ ਜਿਹੜਾ, ਮੇਰੇ ਨਾਲੋਂ ਬਿਹਤਰ ਤੁਸੀਂ ਜਾਣਦੇ ਹੋ, ਕਿਉਂਕਿ ਜੋ ਕੁਛ ਮੈਂ ਸਵੇਰ ਤੋਂ ਸ਼ਾਮ ਤੱਕ ਸੋਚਦਾ ਰਿਹਾ ਉਹ ਮੈਂ ਸ਼ਾਮ ਨੂੰ ਆਪਣੇ ਰੇਡੀਓ ਤੇ ਬਿਆਨ ਕਰਦਾ ਰਿਹਾ। ਦੈਟਸ ਹੂ ਆਈ ਐਮ, ਦੈਟਸ ਹਾਊ ਆਈ ਐਮ। ਮੈਂ ਸਕ੍ਰਿਪਟਡ ਗੱਲਾਂ ਨਹੀਂ ਕਰ ਰਿਹਾ, ਮੈਂ ਦਿਲ ਚੋਂ ਗੱਲ ਕਰ ਰਿਹਾ। ਯੂ ਇਲੈਕਟ ਮੀ, ਆਈ ਵਿਲ ਰਿਪਰੈਜ਼ੈਂਟ ਯੂ, ਮਾਰਕ ਮਾਈ ਵਰਡ। ਮੈਂ ਇੱਕੋ ਹੀ ਗੱਲ ਕਹਿਣਾ ਬਈ, ਸਪੋਰਟ ਦ ਵੌਇਸ ਦੈਟ ਕੈਨ ਨਾਟ ਬੀ ਇਗਨੋਰਡ। ਮੈਨੂੰ ਮੁੜ ਕੇ ਇਗਨੋਰ ਨਹੀਂ ਕੀਤਾ ਜਾਊਗਾ। ਉੱਥੇ $100 ਮਿਲੀਅਨ ਦੇ ਜਿਹੜੇ ਵੱਡੇ ਪ੍ਰੋਜੈਕਟਸ ਨੇ ਉਹ ਗਲਤ ਲੋਕਾਂ ਨੂੰ ਦਿੱਤੇ ਜਾ ਰਹੇ ਨੇ, ਬਿਕਾਜ਼ some people have friends in some different builders. That's not going to happen when I'm there. So ਮੈਨੂੰ ਪੂਰਨ ਯਕੀਨ ਹੈ ਕਿ you know me well। ਮੈਂ ਅੰਦਾੜੀਆ ਸੀ ਜਦੋਂ ਦਾ ਮੈਂ ਪਬਲਿਕ ਲਾਈਫ ਦੇ ਵਿੱਚ ਆ। ਹੁਣ ਮੇਰਾ ਲੜਕਾ ਵੀ ਆ, ਮੇਰੇ ਗ੍ਰੈਂਡ ਕਿਡਸ ਵੀ ਆ। ਯੂ ਨੋ ਆਲ ਆਫ them। ਅਸੀਂ ਸਾਰੇ ਹੀ ਐਕਟਿਵ ਆ, ਚਾਹੇ ਉਹ ਕਬੱਡੀ ਹੋਏ, ਚਾਹੇ ਉਹ ਮੇਲੇ ਹੋਣ, ਚਾਹੇ ਉਹ ਗਾਉਣ ਵਜਾਉਣ ਦਾ ਪ੍ਰੋਗਰਾਮ ਹੋਏ, ਚਾਹੇ ਉਹ ਗੁਰਦੁਆਰਾ ਦਾ ਪ੍ਰੋਗਰਾਮ ਹੋਏ, ਚਾਹੇ ਉਹ ਮੀਡੀਆ ਹੋਏ। ਆਈ ਮੀਨ ਦੇयर ਇਜ਼ਨਟ ਅ ਖੇਤਰ, ਕੋਈ ਇਹੋ ਜਿਹਾ ਖੇਤਰ ਨਹੀਂ ਹੈ ਜਿੱਥੇ ਮੈਂ ਨਹੀਂ ਗਿਆ, ਜਿੱਥੇ ਮੈਂ ਮੂਹਰਲੀ ਕਤਾਰ ਦੇ ਵਿੱਚ ਬਹਿ ਕੇ ਅਨਇਨਵਾਈਟਡ ਹੋ ਕੇ ਕੰਮ ਨਹੀਂ ਕੀਤਾ। ਇਨਵੀਟੇਸ਼ਨ ਦੇ ਉੱਤੇ ਸਾਰੇ ਲੋਕ ਕੰਮ ਕਰਦੇ ਆ। ਸੋ ਪਲੀਜ਼ ਵੋਟ ਫॉर ਮੀ। ਆਈ ਵਿਲ ਬੀ ਯੋਰ ਵੌਇਸ ਇਨ ਯੋਰ ਫੇਸ in the council। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਮੇਰੇ ਵੱਲੋਂ ਵੀ, ਗੁਰਵੀਰ ਗਰੇਵਾਲ ਵੱਲੋਂ ਵੀ, ਮੈਂ ਇਹਨਾਂ ਨੂੰ ਇੰਡੋਰਸ ਕਰਦਾ ਜੀ। ਸੁਖਮਿੰਦਰ ਸਿੰਘ ਹੰਸਰਾਜ ਦੀ ਤੁਸੀਂ ਸਪੋਰਟ ਕਰੋ। ਇਹ ਮੇਰਾ ਪਰਸਨਲ ਵਿਚਾਰ ਨੇ, ਇਸ ਕਰਕੇ ਮੈਂ ਚਾਹੁੰਦਾ ਕਿ ਜਿੰਨੇ ਵੀ ਮੇਰੇ ਜਿਹੜੇ ਚਾਹਣ ਵਾਲੇ ਨੇ ਉਹ ਜ਼ਰੂਰ ਇਹਨਾਂ ਦੀ ਸਪੋਰਟ ਕਰਨ ਤੇ ਇਹਨਾਂ ਨੂੰ ਵੋਟ ਕਰਨ। ਸੋ ਸੁਣਦੇ ਹਾਂ ਦੋਸਤੋ ਇੱਕ ਹੋਰ ਪਿਆਰਾ ਜਿਹਾ ਗੀਤ। ਉਹ ਲੈਕਚਰ ਲਾ ਕੇ ਨਿਕਲੀ, ਉਹ ਮੈਂ ਖੜਾ ਸੀ ਯਾਰਾਂ ਨਾਲ, ਪੈਰੀ ਜੁੱਤੀ ਪਹੁੰਚੇ ਚੱਕਵੇਂ, ਸਿਰ ਤੇ ਚੁੰਨੀ ਸੀ ਨਾਲ, ਉਹ ਪੈਰੀ ਜੁੱਤੀ ਪਹੁੰਚੇ ਚੱਕਵੇਂ, ਸਿਰ ਤੇ ਚੁੰਨੀ ਸੀ ਨਾਲ। ਉਹ ਨਜ਼ਰਾਂ ਮਿਲਾਉਣੋਂ ਸੰਗਦੀ, ਨਜ਼ਰਾਂ ਮਿਲਾਉਣੋਂ ਸੰਗਦੀ, ਬਈ ਅੱਖਾਂ ਟੱਕੀਆਂ ਗੁੱਚੀ ਨਾਲ। ਨਛੱਤਰ ਗਿੱਲ ਅੱਗੇ ਕੀ ਹੋਇਆ? ਟਸ਼ਨ ਯਾਰਾਂ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖਿਆ ਕਿ ਅਸੀਂ ਖੁੱਲ੍ਹੀਆਂ ਗੱਲਾਂ ਬਾਤਾਂ ਕੀਤੀਆਂ ਸੁਖਵਿੰਦਰ ਸਿੰਘ ਹੰਸਰਾਜ ਜੀ ਦੇ ਨਾਲ। ਹੁਣ ਜੋ ਪੋਲੀਟੀਸ਼ੀਅਨ ਬਣਨ ਜਾ ਰਹੇ ਨੇ, ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਬਰੈਂਪਟਨ 1976 ਦੇ ਵਿੱਚ ਕਿਸ ਤਰ੍ਹਾਂ ਦਾ ਸੀਗਾ ਤੇ ਹੁਣ ਕਿਸ ਤਰ੍ਹਾਂ ਦਾ। ਸੋ ਦੋਸਤੋ, ਇੱਥੇ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਫੀਡਬੈਕ ਦੇਣੀ ਨਾ ਭੁੱਲਣਾ। ਟਸ਼ਨ ਯਾਰਾਂ ਦਾ 2014@gmail.com। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।